ਹੁਣ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਦੇ ਲਈ ਕੈਨੇਡਾ ਭੇਜ ਰਹੇ ਸੀ ਤਾਂ ਕੀ ਹੁਣ ਕੈਨੇਡਾ ਵੀ ਉਹਨਾਂ ਦੇ ਬੱਚੇ ਸੇਫ ਨਹੀਂ ਹੈ? ਹੁਣ ਜਦੋਂ ਇਹ ਗੱਲ ਕਹਿਣਗੇ ਏਜੰਟ ਵੀ ਮਾਪਿਆਂ ਨੂੰ ਕਿ 5.5 ਬੈਂਡ ਲਿਆਓ 6.5 ਬੈਂਡ ਲਿਆਓ ਅਸੀਂ ਕੈਨੇਡਾ ਭੇਜ ਦਾਂਗੇ, ਕਿ ਨਾਲ ਇਹ ਵੀ ਦੱਸਣਗੇ ਕਿ ਉੱਥੇ ਚਿੱਟਾ ਉੱਥੇ ਇਹ ਨਸ਼ਾ ਲੀਗਲ ਹੋ ਚੁੱਕਿਆ ਹੈ। 2.5 ਗ੍ਰਾਮ ਇਹਨਾਂ ਨੇ ਲੀਗਲਾਈਜ਼ ਕਰ ਦਿੱਤਾ ਜੀ। 5 ਦੋਸਤ ਨੇ 2.5 ਗ੍ਰਾਮ ਸਾਰਿਆਂ ਦੇ ਕੋਲ ਦੇ ਦਿਓ, ਇਕੱਠਾ ਕਰ ਲਓ, ਜਾ ਕੇ ਨਸ਼ਾ ਵੇਚ ਦਿਓ। ਕੀ ਕਰ ਲੈਣਗੇ? ਕਿਵੇਂ ਫੜ ਲੈਣਗੇ? ਨਾ ਪਰਚਾ ਹੋਣਾ ਨਾ ਕੁਛ, ਉਹਨਾਂ ਦਾ ਕਾਰੋਬਾਰ ਚੱਲੂਗਾ, ਉਹ ਪੈਸਾ ਕਮਾਉਣਗੇ, ਨਾਲੇ ਆਪ ਖਾਣਗੇ, ਨਾਲੇ ਕਿਸੇ ਹੋਰ ਦਾ ਘਰ ਬਰਬਾਦ ਕਰਨਗੇ। 1 ਫਰਵਰੀ ਤੋਂ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਔਰ 2026 ਤੱਕ ਚੱਲੂਗਾ। 3 ਸਾਲ ਵਾਸਤੇ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ, ਪਰ ਇਹਨਾਂ 3 ਸਾਲਾਂ ਦੇ ਵਿੱਚ ਕੀ ਅੰਜਾਮ ਭੁਗਤਣੇ ਪੈ ਸਕਦੇ ਨੇ, ਇਹ ਵੱਡੀ ਗੱਲ ਹੈ। ਕੈਨੇਡਾ ਦੇ ਵਿੱਚ ਜੋ ਹੋ ਰਿਹਾ ਉਸ ਦੇ ਉੱਤੇ ਕੀ ਇਸ ਦਾ ਵਿਰੋਧ ਕਰਨਗੇ? ਤੁਹਾਡੇ ਘਰਾਂ ਦੇ ਵਿੱਚ ਨਸ਼ਾ ਵੜਨਾ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੀ ਪੀੜ੍ਹੀ ਤੁਹਾਡੀ ਕਿਹੋ ਜੀ ਹੋਊਗੀ ਉੱਥੇ, ਇਹ ਫਿਕਰ ਉੱਥੇ ਦੇ ਬੈਠੇ ਪੰਜਾਬੀਆਂ ਨੂੰ ਵੀ ਸਤਾਉਣੀ ਚਾਹੀਦੀ ਹੈ। ਇੱਥੇ ਦਾ ਫਿਰ ਮਾਪੇ ਮਾੜਾ ਮੋਟਾ ਚੈੱਕ ਰੱਖ ਲੈਣਗੇ, ਇੱਥੇ ਦਾ ਮਾਪੇ ਦੇਖ ਲੈਣਗੇ ਤੇ ਮੁੰਡੇ ਦੇ ਲੱਛਣ ਕੀ ਨੇ, ਕੁੜੀ ਦੇ ਲੱਛਣ ਕੀ ਨੇ, ਪਰ ਉੱਥੇ ਦੇਖਣ ਵਾਲਾ ਕੌਣ ਹੋਊਗਾ? ਉੱਥੇ ਉਹਨਾਂ ਨੂੰ ਸਮਝਾਉਣ ਵਾਲਾ ਕੌਣ ਹੋਊਗਾ? ਘਰ ਤੋਂ ਦੂਰ, ਉੱਤੋਂ ਦੀ ਫੀਸਾਂ ਜਾਂ ਫਿਰ ਲੋਨ ਦਾ ਬੋਝ, ਇਕੱਲਿਆਂ ਰਹਿਣ ਦੀ ਮਾਨਸਿਕਤਾ, ਤੇ ਉਸ ਮਾਨਸਿਕਤਾ ਨੂੰ ਜਦੋਂ ਡਰੱਗ ਮਿਲ ਜੂਗਾ ਤਾਂ ਕੀ ਇੰਪੈਕਟ ਪਾਊਗਾ, ਕਿੰਨਾ ਖਤਰਨਾਕ ਹੋਊਗਾ ਉਹ ਚੀਜ਼। ਰਿਸੈਸ਼ਨ ਸਿਖਰਾਂ ਦੇ ਉੱਤੇ ਹੈ। ਬੱਚੇ ਬੇਸਮੈਂਟਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ, ਕੰਮ ਦਾ ਪ੍ਰੈਸ਼ਰ ਇੰਨਾ, ਨੌਕਰੀਆਂ ਹੈ ਨਹੀਂ, ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ, ਘੱਟ ਤਨਖਾਹਾਂ ਦੇ ਉੱਤੇ ਕੰਮ ਕਰਨਾ ਪੈ ਰਿਹਾ ਹੈ, ਠੰਡ ਇੱਕ ਇੰਨੀ ਜ਼ਿਆਦਾ ਐਕਸਟ੍ਰੀਮ ਵੈਦਰ ਹੁੰਦਾ ਉੱਥੇ, ਬੱਚਾ ਨਵਾਂ ਗਿਆ ਹੁੰਦਾ, ਠੰਡ ਇੰਨੀ ਜ਼ਿਆਦਾ ਉੱਥੇ, ਪ੍ਰੈਸ਼ਰ ਇੰਨਾ ਜ਼ਿਆਦਾ, ਉਹ ਕਹਿੰਦੇ ਕਿ ਕੋਈ ਨਹੀਂ, ਆ ਖਾ ਲੈ, ਤੇਰਾ ਕੰਮ ਸੈੱਟ ਹੋ ਜਾਊਗਾ, ਤੂੰ ਕੰਮ ਵੀ ਕਰ ਲਏਗਾ, ਤੈਨੂੰ ਡਿਪਰੈਸ਼ਨ ਵੀ ਨਹੀਂ ਹੋਊਗਾ। ਉਹ ਜਦੋਂ ਫਿਰ ਜ਼ਿਆਦਾ ਡੋਜ਼ ਉੱਪਰ ਹੋ ਜਾਂਦੀ ਤਾਂ ਨਾਲ ਹੀ ਮੌਤਾਂ ਹੋ ਰਹੀਆਂ ਨੇ। ਤਾਂ ਇਹ ਇੱਕ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਹ ਜਿਹੜਾ ਐਲਾਨ ਕੀਤਾ ਗਿਆ ਹੈ ਇਹ ਚਿੰਤਾ ਵਧਾਉਂਦਾ ਹੋਇਆ ਨਜ਼ਰ ਆ ਰਿਹਾ। ਜਿਹੜੇ ਅਜੇ ਪੰਜਾਬ 'ਚ ਬੈਠੇ ਹੋਏ ਨੇ, ਇਹ ਜਦੋਂ ਆਪਣੇ ਨਾਲ ਦੀਆਂ ਦੀ ਉੱਥੇ ਸਟੋਰੀਆਂ ਵੇਖਦੇ ਨੇ, ਸਨੈਪਚੈਟਾਂ ਦੇਖਦੇ ਨੇ, ਇੰਸਟਾਗ੍ਰਾਮ ਦੇ ਉੱਤੇ ਰੀਲਾਂ ਵੇਖਦੇ ਨੇ, ਇਹਨਾਂ ਨੂੰ ਲੱਗਦਾ ਕਿ ਜੀ ਜ਼ਿੰਦਗੀ ਸਾਰੀ ਕੈਨੇਡਾ ਦੇ ਵਿੱਚ ਹੈ। ਪਰ ਜਿਹੜੀ ਸਨੈਪਚੈਟ, ਜਿਹੜੀ ਇੰਸਟਾਗ੍ਰਾਮ ਦੇ ਉੱਤੇ ਜ਼ਿੰਦਗੀ ਹੈ, ਉਹ ਜ਼ਿੰਦਗੀ ਅਸਲ ਦੇ ਵਿੱਚ ਬਹੁਤ ਫਰਕ ਹੈ ਉਹਦੇ ਨਾਲੋਂ। ਮਹਿੰਗੀਆਂ ਗੱਡੀਆਂ ਦਾ ਤੁਸੀਂ ਵੇਖ ਲੈਂਦੇ ਹੋ, ਪਰ ਉਹਨਾਂ ਦੀ ਕਿਸ਼ਤਾਂ ਭਰਨੀਆਂ ਕਿੰਨੀਆਂ ਔਖੀਆਂ ਨੇ, ਇਹ ਉਹਨਾਂ ਤੋਂ ਹੀ ਪੁੱਛੋ। ਉਹ ਮੈਨੂੰ ਗੱਲ ਜਦੋਂ ਉਹਨੇ ਸੁਣਾਈ ਤਾਂ ਮੇਰੇ ਤਾਂ ਆਪ ਦੇ ਜਿਹੜੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਹਾਲ ਵੀ ਉੱਥੇ ਹੋ ਚੁੱਕਿਆ ਹੈ। ਕਹਿੰਦਾ ਪੰਜਾਬੀ ਦੇ ਘਰੇ ਮੈਂ ਗਿਆ ਕੰਮ ਕਰਨ ਵਾਸਤੇ, ਤਾਂ ਕਹਿੰਦਾ ਬੇਸਮੈਂਟ ਦੇ ਵਿੱਚ ਬਲਾਈਂਡ ਲਾਉਣੀ ਸੀਗੀ। ਤਾਂ ਕਹਿੰਦਾ ਜਦੋਂ ਬੇਸਮੈਂਟ ਦਾ ਮੈਂ ਜਾ ਕੇ ਦਰਵਾਜ਼ਾ ਖੜਖਟਾਇਆ, ਬੈਲ ਮਾਰੀ, ਤਾਂ ਕਹਿੰਦੇ ਅੰਦਰ ਇੱਕ ਮੁੰਡਾ ਸੀ, ਨਾਲ ਉਹਦੀ ਗਰਲਫ੍ਰੈਂਡ ਸੀਗੀ, ਆ ਮੈਰਿਡ ਨਹੀਂ ਸੀ ਬੇਸਿਕਲੀ ਉਹ, ਤੇ ਅੰਦਰ ਬੈਠੇ ਸੀਗੇ। ਤਾਂ ਉਹਨੇ ਮੈਨੂੰ ਪੁੱਛਿਆ ਕਿ ਕੀ ਕੰਮ ਹੈ? ਉਹ ਕਹਿੰਦਾ ਕਿ ਬਲਾਈਂਡ ਲਾਉਣ ਵਾਸਤੇ ਮੈਂ ਆਇਆ। ਉਹ ਕਹਿੰਦੇ ਕਿਸ ਨੇ ਭੇਜਿਆ? ਉਹ ਕਹਿੰਦੇ ਉੱਪਰ ਜਿਹੜੇ ਤੁਹਾਡੇ ਮਾਲਕ ਮਕਾਨ ਨੇ ਉਹਨਾਂ ਨੇ ਭੇਜਿਆ। ਉਹ ਮੁੰਡੇ ਨੇ ਫੋਨ ਕੱਢਿਆ ਤੇ ਆਪਣੇ ਪਿਓ ਨੂੰ ਗਾਲਾਂ ਕੱਢਣ ਲੱਗ ਗਿਆ ਕਿ ਇਹ ਬਲਾਈਂਡ ਵਾਲਾ ਕਿਵੇਂ ਭੇਜ ਦਿੱਤਾ। ਅੱਛਾ, ਹਾਂ। ਔਰ ਉਹ ਪਿਓ ਕੌਣ ਸੀ? ਉਹ ਉੱਪਰ ਜਿਹੜਾ ਮਾਲਕ ਮਕਾਨ ਸੀ। ਉਹ ਮੁੰਡਾ ਨੀਚੇ ਬੇਸਮੈਂਟ ਦੇ ਵਿੱਚ ਟੈਨੈਂਟ ਵਾਂਗੂ ਰਹਿ ਰਿਹਾ ਹੈ, ਬੇਸਮੈਂਟ ਦੇ ਉੱਤੇ ਕਿਰਾਏ ਦੇ ਉੱਤੇ ਰਹਿ ਰਿਹਾ। ਪਿਓ ਉੱਪਰ ਰਹਿੰਦਾ ਹੈ, ਬੱਚਾ ਨੀਚੇ ਬੇਸਮੈਂਟ ਦੇ ਵਿੱਚ ਰਹਿ ਰਿਹਾ। ਪਿਓ ਨੂੰ ਗਾਲਾਂ ਕੱਢ ਰਿਹਾ ਕਿ ਤੂੰ ਮੇਰੀ ਪਰਮਿਸ਼ਨ ਤੋਂ ਬਿਨਾ, ਮੇਰੇ ਤੋਂ ਅਪਾਇੰਟਮੈਂਟ ਲਿੱਤੇ ਬਿਨਾ ਇਹ ਬਲਾਈਂਡਸ ਲਾਉਣ ਵਾਲਾ ਕਿਵੇਂ ਭੇਜ। ਤੇ ਵੈਸੇ ਉੱਥੇ ਪੈਰਾਸੀਟਾਮੋਲ ਵੀ ਉਂਝ ਗੋਲੀ ਨਹੀਂ ਦਿੰਦੇ ਜਿਹੜੀ ਆਪਣੇ ਘਰਾਂ 'ਚ ਆਮ ਹੁੰਦੀ ਆ, ਪਰ ਉਹਨਾਂ ਨੇ ਨਸ਼ੇ ਜਿਹੜੇ ਹੈਗੇ ਆ ਉਹ ਲੀਗਲ ਕਰਤੇ। ਉੱਥੇ ਤਾਂ ਵੈਂਡਿੰਗ ਮਸ਼ੀਨ ਲੱਗੀਆਂ ਹੋਈਆਂ ਨੇ, ਤੁਸੀਂ 19 ਅਮਾਊਂਟ ਪਾਓ ਜਿੰਨੀ ਦੀ ਉਹ ਗੋਲੀ ਹੈਗੀ ਹੈ, ਉਹ ਤੁਹਾਨੂੰ ਪਤਾ ਮਿਲ ਜਾਊਗਾ। ਹੁਣ ਬੱਚੇ ਜੇ ਕਰਨਾ ਜਿੰਨੇ ਨਸ਼ਾ, ਤਾਂ ਉਹ ਗੋਲੀਆਂ ਦੇ ਨਾਲ ਵੀ ਨਸ਼ਾ ਕਰ ਸਕਦਾ ਹੈ। ਪ੍ਰੋ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਿਤ ਕੁਮਾਰ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਗਗਨਦੀਪ ਸਿੰਘ। ਚਰਚਾ ਕਰਾਂਗੇ ਅੱਜ ਕੈਨੇਡਾ ਸਰਕਾਰ ਦੇ ਉਸ ਫੈਸਲੇ ਬਾਰੇ ਜਿਸ ਨੇ ਸਾਰਿਆਂ ਨੂੰ ਹੈਰਾਨ ਕੀਤਾ, ਪਰ ਉਸ ਤੋਂ ਵੀ ਜ਼ਿਆਦਾ ਇੱਥੇ ਪੰਜਾਬ 'ਚ ਬੈਠੇ ਮਾਪਿਆਂ ਨੂੰ ਪਰੇਸ਼ਾਨ ਕਰੇਗਾ, ਕਿਉਂਕਿ ਉਹਨਾਂ ਦੇ ਪੁੱਤ ਵਿਦੇਸ਼ਾਂ 'ਚ ਬੈਠੇ ਨੇ, ਉਹ ਵੀ ਬਹੁਤੀ ਦੂਰ ਤੇ ਨਿਗਾਹ ਨਹੀਂ ਰੱਖ ਪਾਣਗੇ। ਕੈਨੇਡਾ ਦੀ ਸਰਕਾਰ ਨੇ ਨਸ਼ੇ ਲੀਗਲ ਕਰੇ ਨੇ। ਇਹ ਨਸ਼ੇ ਲੀਗਲ ਕਿਉਂ ਕੀਤੇ ਨੇ, ਕੀ ਕਾਰਨ ਹੈ ਇਹਨਾਂ ਦਾ? ਕਿਉਂਕਿ ਮਾਪੇ ਬੱਚਿਆਂ ਨੂੰ ਇੱਥੋਂ ਤਾਂ ਇਸ ਕਰਕੇ ਭੇਜਦੇ ਸੀ ਕਿ ਜਵਾਕ ਸਾਡੇ ਨਸ਼ਿਆਂ ਤੋਂ ਦੂਰ ਰਹਿਣਗੇ, ਮਾੜੀ ਸੰਗਤ ਤੋਂ ਬਚਾ ਰਹੇਗਾ। ਪਰ ਜਿਹੜਾ ਇੰਨੀ ਦੂਰ ਭੇਜ ਦਿੱਤਾ ਤੇ ਸਰਕਾਰ ਨੇ ਇਹੋ ਜਿਹਾ ਫੈਸਲਾ ਲੈ ਲਿੱਤਾ, ਹੁਣ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ, ਕੀ ਇਸ ਦੇ ਬੁਰੇ ਨਤੀਜੇ ਹੋ ਸਕਦੇ ਨੇ? ਗੱਲਬਾਤ ਕਰਾਂਗੇ ਗਗਨ ਜੀ ਹੋਰਾਂ ਦੇ ਨਾਲ। ਗਗਨ ਜੀ, ਇਹ ਸਰਕਾਰ ਦਾ ਫੈਸਲਾ ਜਿਹੜਾ ਸਰਕਾਰ ਨੇ ਲਿਆ, ਟਰੂਡੋ ਗਵਰਨਮੈਂਟ ਨੇ ਲਿਆ, ਕਿਵੇਂ ਦੇਖਦੇ ਹੋ ਤੇ ਕੀ ਲੋੜ ਕੀ ਪੈ ਗਈ ਇਹਨਾਂ ਨੂੰ? ਬਿਲਕੁਲ ਅਮਿਤ, ਦੇਖੋ ਇਹਦੇ ਦੋ ਪਹਿਲੂ ਨੇ।
ਔਰ ਜੇਕਰ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰੀਏ, ਪੰਜਾਬ ਦੇ ਸੰਬੰਧ ਨਾਲ ਇਸ ਨੂੰ ਜੋੜ ਕੇ ਵੇਖਦੇ ਹਾਂ ਤਾਂ ਪੰਜਾਬ ਵਾਸਤੇ ਤਾਂ ਔਰ ਉੱਥੇ ਬੈਠੇ ਪੰਜਾਬੀਆਂ ਵਾਸਤੇ ਬਹੁਤ ਖਤਰਨਾਕ ਆਪਾਂ ਇਸ ਨੂੰ ਕਹਿ ਸਕਦੇ ਹਾਂ। ਕਿਉਂਕਿ ਇੱਕ ਪਾਸੇ ਪੰਜਾਬ ਦੇ ਵਿੱਚ ਮਾਪੇ ਇਹੀ ਸੋਚ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜ ਰਹੇ ਨੇ ਕਿ ਪੰਜਾਬ ਦੇ ਵਿੱਚ ਚਿੱਟਾ ਬਹੁਤ ਜ਼ਿਆਦਾ ਹੈ, ਪੰਜਾਬ ਦੇ ਵਿੱਚ ਨਸ਼ਿਆਂ ਦਾ 6ਵਾਂ ਦਰਿਆ ਵਗ ਚੁੱਕਿਆ, ਇਸ ਕਰਕੇ ਆਪਣੇ ਬੱਚੇ ਜੇ ਬਚਾਉਣੇ ਤਾਂ ਬਾਹਰ ਭੇਜ ਦਿਓ। ਪਰ ਹੁਣ ਇਹ ਗੱਲ ਉੱਥੇ ਸਾਹਮਣੇ ਆ ਗਈ ਹੈ ਕਿ ਉੱਥੇ ਜੋ ਚਿੱਟਾ ਹੈ, ਜੋ ਡਰੱਗਸ ਨੇ, ਜਿਵੇਂ ਕਿ ਆਪਾਂ ਉਸ ਨੂੰ ਮਾਰੂ ਨਸ਼ੇ ਕਹਿੰਦੇ ਆ, ਉਹ ਲੀਗਲਾਈਜ਼ ਕਰ ਦਿੱਤੇ ਨੇ। ਹੁਣ 2.5 ਗ੍ਰਾਮ ਜੇਕਰ ਕਿਸੇ ਨਾਬਾਲਗ ਬੱਚੇ ਕੋਲੋਂ ਉਹ ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਊਗੀ। ਤਾਂ 2.5 ਗ੍ਰਾਮ ਦੀ ਜੇਕਰ ਆਪਾਂ ਕੁਆਂਟੀਟੀ ਦੀ ਗੱਲ ਕਰਦੇ ਆ ਅਮਿਤ, ਬਹੁਤ ਜ਼ਿਆਦਾ ਹੁੰਦਾ ਇਹ। ਔਰ ਪੰਜਾਬ ਦੇ ਵਿੱਚ ਤਾਂ ਅਸੀਂ ਦੇਖਿਆ ਕਿ 500 ਰੁਪਏ ਦਾ ਮਾੜਾ ਜਿਹਾ ਇੰਨਾ ਕੁ ਇਹ ਚਿੱਟਾ ਲੈ ਕੇ ਵੀ ਪੂਰਾ ਦਿਨ ਆਪਣਾ ਉਸ ਦੇ ਉੱਤੇ ਕੱਢ ਦਿੰਦੇ ਨੇ। ਔਰ 2.5 ਗ੍ਰਾਮ ਜੇ ਚਿੱਟਾ ਕਿਸੇ ਕੋਲ ਹੋਊਗਾ ਤਾਂ ਤੁਸੀਂ ਉਸ ਦੇ ਉੱਤੇ ਉਸ ਦੇ ਇਫੈਕਟਸ ਦੇਖ ਸਕਦੇ ਹੋ। ਤਾਂ ਕੀ ਹੁਣ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਿੱਟੇ ਤੋਂ ਬਚਾਉਣ ਦੇ ਲਈ ਕੈਨੇਡਾ ਭੇਜ ਰਹੇ ਸੀ ਤਾਂ ਕੀ ਹੁਣ ਕੈਨੇਡਾ ਵੀ ਉਹਨਾਂ ਦੇ ਬੱਚੇ ਸੇਫ ਨਹੀਂ ਹੈ? ਹਾਲਾਂਕਿ ਇਹ ਜੋ ਫੈਸਲਾ ਲਾਗੂ ਕੀਤਾ ਹੈ ਇਹ BC ਦੇ ਵਿੱਚ ਕੀਤਾ ਹੈ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ ਔਸਤਨ ਆਪਾਂ ਹਰ ਰੋਜ਼ ਦੀ ਗੱਲ ਕਰੀਏ ਤਾਂ 6 ਤੋਂ 7 ਮੌਤਾਂ ਜੋ ਨੇ ਉਹ ਡਰੱਗ ਓਵਰਡੋਜ਼ ਨਾਲ ਹੋ ਰਹੀਆਂ ਨੇ। ਔਰ ਖਾਸ ਤੌਰ ਦੇ ਉੱਤੇ ਕੈਨੇਡਾ ਦੀ ਜੇਕਰ ਆਪਾਂ ਕੁੱਲ ਦੀ ਗੱਲ ਕਰ ਲਈਏ ਤਾਂ 20 ਮੌਤਾਂ ਕੈਨੇਡਾ ਦੇ ਵਿੱਚ ਹਰ ਰੋਜ਼ ਹੋ ਰਹੀਆਂ ਨੇ, ਉਹ ਵੀ ਨਸ਼ੇ ਕਰਕੇ, ਓਵਰਡੋਜ਼ ਕਰਕੇ। ਓਵਰਡੋਜ਼ ਵੀ ਜੇਕਰ ਆਪਾਂ ਦੇਖਦੇ ਹਾਂ, ਓਵਰਡੋਜ਼ ਕਿਵੇਂ ਕਿ ਮਿਲਾਵਟੀ ਨਸ਼ਾ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਵੀ ਜਿਸ ਦਾ ਇੱਕ ਵੱਡਾ ਆਪਾਂ ਨੂੰ ਇਹ ਚੀਜ਼ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ। ਹਾਂ, ਇਹਦਾ ਵੀ ਸੰਤਾਪ ਆਪਾਂ ਝੱਲ ਹੀ ਰਹੇ ਹੈਗੇ। ਇੱਥੇ ਨਸ਼ਾ ਵੀ ਜਿਹੜਾ ਮਿਲ ਰਿਹਾ ਉਹ ਵੀ ਉਹ ਨਸ਼ਾ ਸਿੰਥੈਟਿਕ ਡਰੱਗਸ ਦਾ, ਉਹਦੇ ਵਿੱਚ ਮਿਲਾਵਟਾਂ ਬਹੁਤ ਜ਼ਿਆਦਾ ਨੇ। ਖਾਸ ਤੌਰ ਤੇ ਤਾਂ ਫੀਮ ਦੀ ਵੀ ਜੇਕਰ ਆਪਾਂ ਗੱਲ ਕਰ ਲਈਏ ਉਹ ਵੀ ਇੱਥੇ ਮਿਲਾਵਟੀ ਮਿਲਦੀ ਪਈ ਹੈ। ਤਾਂ ਕੈਨੇਡਾ ਦੀ ਸਰਕਾਰ ਨੇ ਕੋਕੇਨ, ਹੀਰੋਇਨ, ਓਪੀਏਡ, MDMA ਔਰ ਨਾਲ ਹੀ ਮੋਰਫਿਨ, ਜੇ ਇਹ ਜਿਹੜੇ ਨਸ਼ੇ ਨੇ ਇਹਨਾਂ ਨੂੰ ਉੱਥੇ ਲੀਗਲਾਈਜ਼ ਹੁਣ ਕਰਨ ਦੀ ਗੱਲ ਕਹਿ ਦਿੱਤੀ ਹੈ। ਇੱਕ ਗੱਲ ਇਹ ਵੀ ਹੈ ਕਿ ਜੋ ਕੈਨੇਡਾ ਦੇ ਵਿੱਚ ਤਸਵੀਰ ਨਜ਼ਰ ਆ ਰਹੀ ਸੀ, ਕੈਨੇਡਾ ਵਿੱਚ ਇਹ ਵੀ ਗੱਲ ਬਣਦੀ ਹੋਈ ਨਜ਼ਰ ਆ ਰਹੀ ਸੀ ਕਿ ਕੈਨੇਡਾ ਵਿੱਚ ਬਹੁਤ ਸਾਰੇ ਪਰਚੇ ਹੁਣ ਇਹਨਾਂ ਦੇ ਉੱਤੇ ਦਰਜ ਹੋਣ ਲੱਗ ਗਏ ਸੀਗੇ। ਅਸੀਂ ਵੀ, ਤੁਸੀਂ ਵੀ ਖਬਰ ਬ੍ਰੇਕ ਕਰਦੇ ਹੋ ਕਿ ਕੈਨੇਡਾ ਦੇ ਵਿੱਚ ਹਰ ਰੋਜ਼ ਹੀ ਡਰੱਗ ਸਮਗਲਰਸ ਨੂੰ ਫੜਿਆ ਜਾ ਰਿਹਾ ਹੈ। ਤਾਂ ਉਹ ਕਰਦੇ ਕਰਦੇ ਇਹ ਵੀ ਕਿਹਾ ਜਾ ਰਿਹਾ ਕਿ ਉੱਥੇ ਹੁਣ ਅਦਾਲਤਾਂ ਦੇ ਵਿੱਚ, ਇਹ ਕੋਰਟ ਕਚਹਿਰੀਆਂ ਦੇ ਵਿੱਚ ਕੇਸ ਬਹੁਤ ਜ਼ਿਆਦਾ ਸ਼ੁਰੂ ਹੋ ਗਏ ਨੇ। ਉੱਥੇ ਅਦਾਲਤਾਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ, ਥਾਣੇ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਵਧੀਆਂ ਸ਼ੁਰੂ ਹੋ ਗਈਆਂ ਨੇ। ਤਾਂ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਨੂੰ ਡੀਕ੍ਰਿਮੀਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਨੇਡਾ ਦੀ ਸਰਕਾਰ ਨੇ ਜੋ ਇਹ ਚੀਜ਼ ਕੀਤੀ ਹੈ ਉਹ ਇਹ ਕਹਿ ਰਹੀ ਹੈ ਕਿ ਅਸੀਂ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਕਿ ਜੇ ਚਲੋ 2.5 ਗ੍ਰਾਮ ਤੱਕ ਜੇ ਕਿਸੇ ਕੋਲ ਫੜਿਆ ਜਾਂਦਾ ਉਸ ਉੱਤੇ ਪਰਚਾ ਨਾ ਪਾਓ, ਉਹਨੂੰ ਕੋਰਟ ਕਚਹਿਰੀਆਂ ਦੇ ਵਿੱਚ ਨਾ ਘਸੀਟੋ, ਕਿਉਂਕਿ ਬਾਅਦ ਚ ਨਿਕਲਣਾ ਉਸ ਦੇ ਵਿੱਚੋਂ ਕੁਝ ਨਹੀਂ। ਅਭੀ ਇੱਥੇ ਮੈਂ ਤੁਹਾਨੂੰ ਪੁਰਤਗਾਲ ਦੀ ਐਗਜ਼ਾਮਪਲ ਦੇਣਾ ਚਾਹੂੰਗਾ। ਪੁਰਤਗਾਲ ਦੇ ਵਿੱਚ ਸਾਲ 2002 ਦੀ ਆਪਾਂ ਗੱਲ ਕਰੀਏ ਤਾਂ ਪੁਰਤਗਾਲ 'ਚ ਵੀ ਨਸ਼ਾ ਬਹੁਤ ਹੁੰਦਾ ਸੀਗਾ, ਐਵੇਂ ਹੀ ਨਸ਼ੇ ਦੇ ਉੱਤੇ ਲੋਕੀ ਲੱਗੇ ਹੋਏ ਸੀਗੇ। ਤਾਂ ਉਹਨਾਂ ਨੇ ਉਦੋਂ ਕੀ ਕੀਤਾ ਕਿ ਉਹਨਾਂ ਨੇ ਨਸ਼ਾ ਸਾਰਾ ਹੀ ਲੀਗਲਾਈਜ਼ ਕਰ ਦਿੱਤਾ, ਜਿਸਨੇ ਜੋ ਨਸ਼ਾ ਕਰਨਾ ਕਰ ਲਓ। ਔਰ 2 ਸਾਲਾਂ ਬਾਅਦ ਜਦੋਂ ਆંકੜੇ ਕਢਵਾਏ ਸੀਗੇ ਤਾਂ ਉਹਨਾਂ ਦੇ ਵਿੱਚ 25% ਗਿਰਾਵਟ ਦਰਜ ਕੀਤੀ ਗਈ ਸੀ ਕਿ 25% ਜਿਹੜਾ ਨਸ਼ਾ ਉਹ ਪੁਰਤਗਾਲ ਦੇ ਵਿੱਚ ਘਟ ਗਿਆ। ਅੱਛਾ, ਤਾਂ ਕੀ ਇਹ ਕਨਸੈਪਟ ਕੈਨੇਡਾ ਦੀ ਸਰਕਾਰ ਪੁਰਤਗਾਲ ਵਾਲਾ ਅਪਣਾਉਣਾ ਚਾਹੁੰਦੀ ਹੈ? ਪਰ ਇਹਦੇ ਸਰਕਮਸਟੈਂਸਿਸ ਕੀ ਹੋਣਗੇ? ਕਿਉਂਕਿ ਸਾਨੂੰ ਜੇ ਆਪਾਂ ਪੰਜਾਬ ਨੂੰ ਲੈ ਕੇ ਚੱਲਦੇ ਹਾਂ ਤਾਂ ਆਪਾਂ ਨੂੰ ਚਿੰਤਾ ਪੰਜਾਬ ਦੀ ਹੀ ਉੱਥੇ ਵੱਧ ਸਤਾਉਣੀ ਚਾਹੀਦੀ ਹੈ। ਕਿਉਂਕਿ ਇੱਕ ਪਾਸੇ ਇੱਥੇ ਇਹ ਆਪਣਾ ਪੰਜਾਬ ਹੈ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਮਿਨੀ ਪੰਜਾਬ ਹੀ ਬਣਿਆ ਹੋਇਆ ਹੈ। ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪ੍ਰਵਾਸ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। BC ਦੇ ਵਿੱਚ ਤਾਂ ਜਵਾਕ ਹੀ ਬੜੇ ਜਾਂਦੇ ਨੇ, ਸਟੂਡੈਂਟ ਬੜੇ ਜਾਂਦੇ ਨੇ। ਬਿਲਕੁਲ, ਹਰ ਕਾਰਨਰ ਦੀ ਆਪਾਂ ਹੁਣ ਗੱਲ ਕਰ ਲਈਏ, ਜਿਹੜੇ ਏਜੰਟ ਵੀ ਨੇ ਹੁਣ ਉਹ ਵੀ ਹਰ ਕਾਰਨਰ ਦੇ ਵਿੱਚ ਜਿੱਥੇ ਉਹਨਾਂ ਨੂੰ ਲੱਗਦਾ ਕਿ ਬੈਂਡ ਘੱਟ ਮਿਲਦੇ ਨੇ ਉੱਥੇ ਚੱਕ ਕੇ ਬੱਚਾ ਤੋੜ ਦਿੰਦੇ ਨੇ। ਯਾਨੀ ਕਿ ਪੂਰਾ ਕੈਨੇਡਾ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਵਸ ਚੁੱਕਿਆ ਹੈ। ਜਿੱਥੇ ਪਹਿਲਾਂ ਕਦੀ ਕੈਨੇਡਾ ਦੇ ਵਿੱਚ ਬਹੁਤ ਘੱਟ ਲੋਕ ਜਾਂਦੇ ਸੀ, ਹੁਣ ਤਾਂ ਹਰ ਆਪਣੇ ਗਲੀ ਮੁਹੱਲੇ ਦੀ ਆਪਾਂ ਗੱਲ ਕਰ ਲਈਏ ਤਾਂ ਕੋਈ ਨਾ ਕੋਈ ਆਪਣਾ ਸੱਜਣ ਮਿੱਤਰ ਉੱਥੇ ਗਿਆ ਹੋਊਗਾ। ਤਾਂ ਕੈਨੇਡਾ ਵਿੱਚ ਕੀ ਪੰਜਾਬੀਆਂ ਦੇ ਉੱਤੇ ਉਹਨਾਂ ਦੀ ਹੋਂਦ ਨੂੰ ਵੀ ਖਤਰਾ ਹੁਣ ਨਜ਼ਰ ਆ ਰਿਹਾ ਹੈ? ਕਿਉਂਕਿ ਪੰਜਾਬ ਦੇ ਵਿੱਚ ਤਾਂ ਇਹ ਚਰਚਾਵਾਂ ਅਕਸਰ ਚੱਲਦੀਆਂ ਨੇ ਕਿ ਪੰਜਾਬੀਆਂ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ, ਉਹ ਜਵਾਨੀ ਚਿੱਟੇ ਦੇ ਉੱਤੇ ਲਾਈ ਜਾ ਰਹੀ ਹੈ। ਖਾਸ ਤੌਰ ਤੇ ਜਿਹੜੇ ਮਾਹਿਰ ਨੇ ਉਹ ਗੱਲ ਕਰਦੇ ਨੇ ਕਿ ਪੰਜਾਬ ਦੇ ਮੁੰਡੇ ਤਾਂ ਨਿਪੁੰਸਕ ਹੋ ਚੁੱਕੇ ਨੇ, ਉਹਨਾਂ ਦੇ ਕੋਲ ਸ਼ਮਤਾ ਹੀ ਨਹੀਂ ਬਚੀ ਹੈ, ਟੈਸਟ ਟਿਊਬ ਸੈਂਟਰਸ ਇੰਨੇ ਖੁੱਲ ਚੁੱਕੇ ਨੇ। ਔਰ ਬਾਹਰ ਦੇ ਜਿਹੜੇ ਲੋਕ ਨੇ, UP ਬਿਹਾਰ ਦੀ ਗੱਲ ਕਰਦੇ ਨੇ, ਉਹਨਾਂ ਦੇ ਜਿਹੜੇ ਬੀਜ ਨੇ ਉਹ ਆ ਕੇ ਇੱਥੇ ਮਹਿਲਾਵਾਂ ਦੇ ਵਿੱਚ ਪਾਏ ਜਾ ਰਹੇ ਨੇ। ਇੱਕ ਹੋਂਦ ਨੂੰ ਖਤਰਾ ਪੰਜਾਬ ਦੇ ਵਿੱਚ ਇਹ ਬਣਿਆ ਹੋਇਆ ਹੈ। ਹੁਣ ਕੀ ਦੂਸਰਾ ਹੋਂਦ ਨੂੰ ਖਤਰਾ ਪੰਜਾਬ ਦਾ ਜਿਹੜੇ ਕੈਨੇਡਾ ਦੇ ਵਿੱਚ ਪੰਜਾਬ ਵਸਿਆ ਹੋਇਆ ਉੱਥੇ ਵੀ ਬਣ ਰਿਹਾ ਅਮਿਤ? ਇਹ ਵੱਡੀ ਇੱਕ ਚਿੰਤਾ ਦੀ ਗੱਲ ਜਿਹੜੀ ਹੈ ਜ਼ਰੂਰ ਬਣਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਇੱਥੇ ਦਾ ਫਿਰ ਮਾਪੇ ਮਾੜਾ ਮੋਟਾ ਚੈੱਕ ਰੱਖ ਲੈਣਗੇ, ਇੱਥੇ ਦਾ ਮਾਪੇ ਦੇਖ ਲੈਣਗੇ ਤੇ ਮੁੰਡੇ ਦੇ ਲੱਛਣ ਕੀ ਨੇ, ਕੁੜੀ ਦੇ ਲੱਛਣ ਕੀ ਨੇ, ਪਰ ਉੱਥੇ ਦੇਖਣ ਵਾਲਾ ਕੌਣ ਹੋਊਗਾ? ਉੱਥੇ ਉਹਨਾਂ ਨੂੰ ਸਮਝਾਉਣ ਵਾਲਾ ਕੌਣ ਹੋਊਗਾ? ਇੱਕ ਤਾਂ ਕੰਮ ਦਾ ਉੱਥੇ ਡਿਪਰੈਸ਼ਨ ਬਹੁਤ ਹੁੰਦਾ ਹੈ। ਔਰ ਇਸ ਟਾਈਮ ਮੌਜੂਦਾ ਹਾਲਾਤ ਉੱਥੇ ਕਿਹੋ ਜਿਹੇ ਬਣੇ ਹੋਏ ਨੇ, ਰਿਸੈਸ਼ਨ ਸਿਖਰਾਂ ਦੇ ਉੱਤੇ ਹੈ।
ਬੱਚੇ ਬੇਸਮੈਂਟਾਂ ਦੇ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਨੇ। ਕੰਮ ਦਾ ਪ੍ਰੈਸ਼ਰ ਇੰਨਾ, ਨੌਕਰੀਆਂ ਹੈ ਨਹੀਂ, ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ, ਘੱਟ ਤਨਖਾਹਾਂ ਦੇ ਉੱਤੇ ਕੰਮ ਕਰਨਾ ਪੈ ਰਿਹਾ ਹੈ, ਠੰਡ ਇੱਕ ਇੰਨੀ ਜ਼ਿਆਦਾ ਐਕਸਟ੍ਰੀਮ ਵੈਦਰ ਹੁੰਦਾ ਉੱਥੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਕੀ ਹੁੰਦਾ ਹੈ, ਹੁਣ ਆਪਾਂ 4-5 ਬੰਦੇ ਬੈਠੇ ਹੋਏ ਹਾਂ, ਹਰ ਰੋਜ਼ ਜੇ ਮੈਂ ਕੋਈ ਚੀਜ਼ ਖਾ ਰਿਹਾ ਹੋਊਗਾ ਤਾਂ ਦੂਸਰਾ ਬੰਦਾ ਵੀ ਜ਼ਰੂਰ ਕਹੂਗਾ ਕਿ ਯਾਰ ਹਰ ਰੋਜ਼ ਇਹ ਕਿਹੜੀ ਚੀਜ਼ ਖਾਈ ਜਾਂਦਾ ਹੈ। ਮੈਂ ਵੀ ਕਹੂੰਗਾ ਕਿ ਚਲੋ ਜੇ ਮੈਂ ਤਾਂ ਲੱਗਿਆ ਹੀ ਹੋਇਆ, ਮੇਰਾ ਹੱਥ ਥੋੜਾ ਸੌਖਾ ਹੋ ਜਾਊਗਾ, ਨਾਲ ਇਹਨੂੰ ਵੀ ਜੋੜ ਲੈਣਾ ਆਪਣੇ, ਇਹਦੇ ਤੋਂ ਵੀ ਪੈਸੇ ਇਨਵੈਸਟ ਕਰਕੇ ਅੱਧੇ ਆਪਾਂ ਵੰਡ ਲਿਆ ਕਰਾਂਗੇ। ਯਾਦ ਉਸ ਕਹਿ ਦਿੰਦੇ ਹੈਗੇ ਇੱਕ ਵਾਰ ਕਰਕੇ ਦੇਖ, ਐਕਸਪੀਰੀਅੰਸ ਹੁੰਦਾ, ਤਜਰਬਾ ਹੁੰਦਾ। ਹਾਂ, ਕਿਉਂਕਿ ਕੰਮ ਉੱਥੇ ਕੈਨੇਡਾ ਜਿਹੜਾ ਕੰਟਰੀ ਹੈ ਉਹ ਲੇਬਰ ਓਰੀਐਂਟਡ ਕੰਟਰੀ ਹੈ, ਹੱਥ ਨਾਲ ਹੀ ਕੰਮ ਕਰਨਾ ਹੈ, ਮਿਹਨਤ ਨਾਲ ਹੀ ਸਾਰਾ ਉੱਥੇ ਪੈਸਾ ਕਮਾਉਣਾ ਪੈਣਾ ਹੈ। ਔਰ ਜਦੋਂ ਇੰਨੀ ਹੱਡ ਚੀਰਵੀਂ ਠੰਡ ਦੇ ਵਿੱਚ ਮਿਹਨਤ ਕਰਨੀ ਹੁੰਦੀ ਹੈ ਤਾਂ ਓਬਵੀਅਸ ਜੀ ਗੱਲ ਹੈ ਕਿ ਕੋਈ ਨਾ ਕੋਈ ਇਹੋ ਜਿਹੀ ਚੀਜ਼ ਤਾਂ ਚਾਹੀਦੀ ਹੈ ਕਿ ਜਿਹੜੀ ਉਹਨਾਂ ਨੂੰ ਉਸ ਵੈਦਰ ਦੇ ਵਿੱਚ, ਉਸ ਵੈਦਰ ਨਾਲ ਲੜਨ ਦੇ ਲਈ ਉਹਨਾਂ ਸ਼ਮਤਾਯੋਗ ਬਣਾ ਸਕੇ। ਕਿਉਂਕਿ ਇੱਥੇ ਤਾਂ ਕਦੀ ਪਾਣੀ ਦਾ ਚੱਕ ਕੇ ਗਲਾਸ ਨਹੀਂ ਰੱਖਿਆ ਹੁੰਦਾ, ਉੱਥੇ ਜਾ ਕੇ ਸਾਰੇ ਕੰਮ ਵੀ ਆਪ ਕਰਨੇ ਪੈਣੇ ਹੈ। ਤਾਂ ਨਾਲ ਦੇ ਫਿਰ ਕੀ ਕਹਿੰਦੇ ਕਿ ਚੱਲ ਮਾੜਾ ਜਿਹਾ ਤੂੰ ਟਰਾਈ ਕਰ ਲੈ। ਔਰ ਉੱਥੇ ਹੁਣ ਹਾਲ ਇਹ ਹੋ ਰਿਹਾ ਕਿ ਉੱਥੇ ਵੀ ਨਸ਼ੇ ਦੇ ਵਿੱਚ ਮਿਲਾਵਟਾਂ ਬਹੁਤ ਜ਼ਿਆਦਾ ਨੇ। ਜਿਵੇਂ ਆਪਣੇ ਇੱਥੇ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਅਮਿਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਸਿੰਥੈਟਿਕ ਫੀਮ ਦੀ ਹੀ ਬੇਸਿਕਲੀ ਉਹ ਸਬਸਟੀਟਿਊਟ ਹੁੰਦਾ ਔਰ ਉਸੇ ਤਰੀਕੇ ਦੀ ਦਵਾਈ ਦੇ ਕੇ ਉਹ ਨਸ਼ੇ ਤੋਂ ਉਹਨਾਂ ਨੂੰ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਇੱਥੇ ਵੀ ਕੀ ਕਰਦੇ ਨੇ ਜਿਹੜੇ ਨਸ਼ਾ ਛੁਡਾਊ ਕੇਂਦਰ ਵਾਲੇ ਨੇ, ਉਹ ਜਿਹੜੀ ਗੋਲੀ ਦਿੱਤੀ ਜਾਂਦੀ ਹੈ, ਕੋਈ ਉਹਨੂੰ ਪਿਘਲਾ ਕੇ ਸੁੰਘ ਲੈਂਦਾ ਹੈ, ਕੋਈ ਉਹਨੂੰ ਪਿਘਲਾ ਕੇ ਟੀਕਾ ਲਾ ਲੈਂਦਾ ਹੈ। ਤਾਂ ਉੱਥੇ ਵੀ ਇਹੀ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ। ਹੁਣ ਉੱਥੇ ਜਿਹੜੀ ਇੰਪਿਓਰਿਟੀ ਆ ਉਹ ਇਸ ਕਦਰ ਵੱਧ ਗਈ ਹੈ ਕਿ ਨਸ਼ੇ ਨੂੰ ਉਹ ਪੂਰਾ ਕਰਨ ਦੇ ਲਈ, ਉਹਦੀ ਜਿਹੜੀ ਕੁਆਂਟੀਟੀ ਉਵੇਂ ਦੀ ਬਣਾਉਣ ਦੇ ਲਈ ਤਰ੍ਹਾਂ ਦੇ ਹੋਰ ਜਿਹੜੇ ਡਰੱਗ, ਹਾਨੀਕਾਰਕ ਡਰੱਗ ਨੇ, ਜਿਨ੍ਹਾਂ ਦੀ ਜਿਹੜੀ ਮਾਤਰਾ ਲੈਬੋਰਟਰੀ ਦੇ ਵਿੱਚ ਚੈੱਕ ਕਰਕੇ ਪਾਉਣੀ ਹੁੰਦੀ ਹੈ, ਉਹ ਬਸ ਚਮਚਿਆਂ ਦੇ ਹਿਸਾਬ ਨਾਲ ਹੀ ਉੱਥੇ ਸਿੱਟਣ ਲੱਗੇ ਨੇ। ਔਰ ਇਹੀ ਕੰਮ ਹੋ ਰਿਹਾ ਉੱਥੇ ਕਿ ਜਿਹੜਾ ਮੌਤ ਦਾ ਕਾਰਨ ਬਣ ਰਿਹਾ ਹੈ। ਬੱਚਾ ਨਵਾਂ ਗਿਆ ਹੁੰਦਾ, ਠੰਡ ਇੰਨੀ ਜ਼ਿਆਦਾ ਉੱਥੇ, ਪ੍ਰੈਸ਼ਰ ਇੰਨਾ ਜ਼ਿਆਦਾ, ਉਹ ਕਹਿੰਦੇ ਕਿ ਕੋਈ ਨਹੀਂ, ਆ ਖਾ ਲੈ, ਤੇਰਾ ਕੰਮ ਸੈੱਟ ਹੋ ਜਾਊਗਾ, ਤੂੰ ਕੰਮ ਵੀ ਕਰ ਲਏਗਾ, ਤੈਨੂੰ ਡਿਪਰੈਸ਼ਨ ਵੀ ਨਹੀਂ ਹੋਊਗਾ। ਉਹ ਜਦੋਂ ਫਿਰ ਜ਼ਿਆਦਾ ਡੋਜ਼ ਉੱਪਰ ਹੋ ਜਾਂਦੀ ਤਾਂ ਨਾਲ ਹੀ ਮੌਤਾਂ ਹੋ ਰਹੀਆਂ ਨੇ। ਤਾਂ ਇਹ ਇੱਕ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਇਹ ਜਿਹੜਾ ਐਲਾਨ ਕੀਤਾ ਗਿਆ ਹੈ ਇਹ ਚਿੰਤਾ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਮੈਨੂੰ। ਇਹ ਇੱਕ ਘਰ ਤੋਂ ਦੂਰ, ਉੱਤੋਂ ਦੀ ਫੀਸਾਂ ਜਾਂ ਫਿਰ ਲੋਨ ਦਾ ਬੋਝ, ਇਕੱਲਿਆਂ ਰਹਿਣ ਦੀ ਮਾਨਸਿਕਤਾ, ਤੇ ਉਸ ਮਾਨਸਿਕਤਾ ਨੂੰ ਜਦੋਂ ਡਰੱਗ ਮਿਲ ਜੂਗਾ ਤਾਂ ਕੀ ਇੰਪੈਕਟ ਪਾਊਗਾ, ਕੀ ਕਿੰਨਾ ਖਤਰਨਾਕ ਹੋਊਗਾ ਉਹ ਚੀਜ਼। ਦੇਖੋ, ਖਤਰਨਾਕ ਤਾਂ ਸੋਚ ਕੇ ਹੀ ਆਪਾਂ ਇਸ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨਾ ਖਤਰਨਾਕ ਇਹ ਹੋ ਸਕਦਾ ਹੈ। ਕਿਉਂਕਿ ਪੰਜਾਬੀਆਂ ਦੀ ਆਪਾਂ ਜੇ ਗੱਲ ਕਰੀਏ, ਪੰਜਾਬ ਦੀ ਵੀ, ਤਾਂ ਇੱਥੇ ਵੀ ਜਿਸ ਤਰੀਕੇ ਦੇ ਹਾਲਾਤ ਨੇ, ਜਿਸ ਤਰੀਕੇ ਦੇ ਨਾਲ ਪੰਜਾਬ ਇਸ ਪੂਰੇ ਦਲਦਲ ਦੇ ਵਿੱਚ ਧੱਸਿਆ ਹੋਇਆ, ਪੰਜਾਬ ਨੂੰ ਕਿਵੇਂ ਚਿੱਟੇ ਨੂੰ ਨਾਲ ਬਦਨਾਮ ਕੀਤਾ ਜਾ ਰਿਹਾ ਹੈ ਔਰ ਬਦਨਾਮ ਹੋਇਆ ਵੀ ਪਿਆ। ਖਬਰਾਂ ਆਉਂਦੀਆਂ ਨੇ, ਕੁੜੀਆਂ ਤੱਕ ਚਿੱਟੇ ਲਾਉਂਦੀਆਂ ਨੇ, ਸ਼ਰੇਆਮ ਵੀਡੀਓ ਸਾਹਮਣੇ ਆਉਂਦੀਆਂ ਨੇ, 18 17 ਸਾਲ ਦੇ ਮੁੰਡੇ ਓਵਰਡੋਜ਼ ਨਾਲ ਮਰੀ ਜਾਂਦੇ ਨੇ। ਤੇ ਉੱਥੇ ਦੂਰ ਜਾ ਕੇ ਤਾਂ ਇਹ ਸਭ ਹੋਰ ਫਰਕ ਪਾਊਗਾ। ਬਿਲਕੁਲ, ਕਿਉਂਕਿ ਇੱਥੇ ਦੇਖੋ, ਇੱਥੇ ਪੇਰੈਂਟਸ ਦਾ ਇੱਕ ਚੈੱਕ ਹੈਗਾ, ਪੇਰੈਂਟਸ ਸਿਰ ਦੇ ਉੱਤੇ ਹੈ ਨਾ, ਬੱਚੇ ਨੇ ਭਾਵੇਂ ਦਿਨ 'ਚ ਜੋ ਮਰਜ਼ੀ ਕੀਤਾ ਹੋਵੇ, ਆਖਿਰਕਾਰ ਰਾਤੀ ਘਰ ਵਾਪਸ ਹੀ ਆਉਣਾ। ਛਿੱਤਰ ਦਾ ਡਰ ਰਹਿੰਦਾ। ਹਾਂ, ਛਿੱਤਰਾਂ ਦਾ ਡਰ ਰਹਿੰਦਾ। ਔਰ ਫੋਨ ਕਾਲਸ ਹੈਗੀਆਂ ਨੇ, ਜਾਂ ਕਹਿ ਲਓ ਕਿ ਰਿਲੇਟਿਵਸ ਹੈਗੇ ਨੇ, ਕਿਸੇ ਨਾ ਕਿਸੇ ਥਾਂ ਦੇ ਉੱਤੇ ਕੋਈ ਨਾ ਕੋਈ ਤਾਂ ਜ਼ਰੂਰ ਨਿਗਰ ਰੱਖ ਹੀ ਸਕਦਾ ਹੈ। ਹੁਣ ਜਦੋਂ ਬਾਹਰਲੇ ਮੁਲਕ ਦੇ ਵਿੱਚ, ਜਿੱਥੇ ਕੋਈ ਗੱਲ ਹੀ ਨਹੀਂ ਹੈਗੀ, ਜਿੱਥੇ ਆਜ਼ਾਦੀ ਹੈ, ਪੈਸਾ ਤੁਸੀਂ ਕਮਾ ਸਕਦੇ ਹੋ, ਪੈਸਾ ਤੁਹਾਡੇ ਹੱਥ ਦੇ ਵਿੱਚ ਹੈ, ਆਪ ਤੁਸੀਂ ਕਮਾਉਣਾ ਹੈ, ਆਪ ਤੁਸੀਂ ਖਰਚਣਾ ਹੈ, ਤਾਂ ਉੱਥੇ ਕੰਟਰੋਲ ਚੈੱਕ ਕਿਵੇਂ ਕੌਣ ਕਰੂਗਾ? ਨਸ਼ਾ ਲੀਗਲ, ਉੱਥੇ ਨਸ਼ਾ ਲੀਗਲ। ਹਾਲਾਂਕਿ ਆਪਾਂ ਭੰਗ ਦੀ ਗੱਲ ਕਰਦੇ ਹਾਂ, ਭੰਗ ਉੱਥੇ ਲੀਗਲ ਹੋਈ ਪਈ ਹੈ। ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਮੁੰਡੇ ਅਸੀਂ ਵੇਖਿਆ ਜੁਆਇੰਟ ਲਾਉਂਦੇ ਹੋਏ। ਕਿੰਨੇ ਮੁੰਡੇ ਜਿਹੜੇ ਇਸ ਵੇਲੇ ਪੰਜਾਬ ਦੇ ਉਹ ਭੰਗੀ ਹੋਏ ਪਏ ਨੇ, ਜੁਆਇੰਟ ਲਾਉਂਦੇ ਨੇ ਉਹ। ਔਰ ਉਹੀ ਚੀਜ਼ ਜਿਹੜੀ ਉੱਥੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲੀਗਲਾਈਜ਼ ਤਰੀਕੇ ਨਾਲ ਮਿਲ ਰਹੀ ਹੈ। ਅਗਲਾ ਤਾਂ ਕਹਿੰਦਾ ਕਿ ਇਹੋ ਜਿਹੀ ਤਾਂ ਜ਼ਿੰਦਗੀ ਨਹੀਂ ਹੋਣੀ, ਇੱਥੇ ਤਾਂ ਮੌਜਾਂ ਹੀ ਬਹੁਤ ਨੇ। ਔਰ ਇਹ ਜਿਹੜੇ ਅਜੇ ਪੰਜਾਬ 'ਚ ਬੈਠੇ ਹੋਏ ਨੇ, ਇਹ ਜਦੋਂ ਆਪਣੇ ਨਾਲ ਦੀਆਂ ਦੀ ਉੱਥੇ ਸਟੋਰੀਆਂ ਵੇਖਦੇ ਨੇ, ਸਨੈਪਚੈਟਾਂ ਦੇਖਦੇ ਨੇ, ਇੰਸਟਾਗ੍ਰਾਮ ਦੇ ਉੱਤੇ ਰੀਲਾਂ ਵੇਖਦੇ ਨੇ, ਇਹਨਾਂ ਨੂੰ ਲੱਗਦਾ ਕਿ ਜੀ ਜ਼ਿੰਦਗੀ ਸਾਰੀ ਕੈਨੇਡਾ ਦੇ ਵਿੱਚ ਹੈ। ਪਰ ਜਿਹੜੀ ਸਨੈਪਚੈਟ, ਜਿਹੜੀ ਇੰਸਟਾਗ੍ਰਾਮ ਦੇ ਉੱਤੇ ਜ਼ਿੰਦਗੀ ਹੈ, ਉਹ ਜ਼ਿੰਦਗੀ ਅਸਲ ਦੇ ਵਿੱਚ ਬਹੁਤ ਫਰਕ ਹੈ ਉਹਦੇ ਨਾਲੋਂ। ਮਹਿੰਗੀਆਂ ਗੱਡੀਆਂ ਤਾਂ ਤੁਸੀਂ ਵੇਖ ਲੈਂਦੇ ਹੋ, ਪਰ ਉਹਨਾਂ ਦੀ ਕਿਸ਼ਤਾਂ ਭਰਨੀਆਂ ਕਿੰਨੀਆਂ ਔਖੀਆਂ ਨੇ, ਇਹ ਉਹਨਾਂ ਤੋਂ ਹੀ ਪੁੱਛੋ। ਜਿਹੜੀ ਗਲੈਮਰਸ ਲਾਈਫ ਹੈ ਲੋਕਾਂ ਨੂੰ ਦਿਖਾਉਣ ਵਾਲੀ, ਉਹ ਇਹ ਇਹਨਾਂ ਦੇ ਵੱਲੋਂ ਕਦੀ ਨਹੀਂ ਦੱਸਿਆ ਜਾਂਦਾ ਕਿ ਉਸਦੇ ਪਿੱਛੇ ਦੀ ਹਾਰਡਸ਼ਿਪਸ ਕੀ ਨੇ, ਉਹਦੇ ਪਿੱਛੇ ਦਾ ਕਿੰਨਾ ਕੁ ਇਹਨਾਂ ਨੂੰ ਬੋਝ ਝੱਲਣਾ ਪੈਂਦਾ। ਔਰ ਅਮਿਤ, ਇਹ ਵੀ ਗੱਲ ਹੈ, ਬਹੁਤੇ ਹੁਣ ਆਪਾਂ ਖਬਰਾਂ ਇਹ ਵੀ ਵੇਖ ਰਹੇ ਸੀਗੇ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਡਰੱਗ ਸਮਗਲਰਸ ਵੀ, ਪੈਡਲਰਸ ਵੀ ਫੜੇ ਜਾ ਰਹੇ ਨੇ, ਉਹਦੇ ਵਿੱਚ ਪੰਜਾਬੀਆਂ ਦੇ ਨਾਮ ਸਾਹਮਣੇ ਆ ਰਹੇ ਨੇ। ਹੁਣ ਪੈਸਾ ਕਮਾਉਣ ਦੀ ਇੱਕ ਐਸੀ ਥੋੜ ਲੱਗ ਚੁੱਕੀ ਹੈ, ਖਰਚੇ ਇੰਨੇ ਵਧਾ ਲਿੱਤੇ ਜਾਂਦੇ ਨੇ, ਪੈਸਾ ਜਿਹੜਾ ਹੈ ਉਹ ਪੂਰਾ ਹੁੰਦਾ ਨਹੀਂ ਹੈ, ਤਾਂ ਉਸ ਕਰਕੇ ਇਲੀਗਲ ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਹੁਣ ਜਿਹੜਾ ਇਹ 2.5 ਗ੍ਰਾਮ ਇਹਨਾਂ ਨੇ ਲੀਗਲਾਈਜ਼ ਕਰ ਦਿੱਤਾ, 5 ਦੋਸਤ ਨੇ, 2.5 ਗ੍ਰਾਮ ਸਾਰਿਆਂ ਦੇ ਕੋਲ ਦੇ ਦਿਓ,
ਇਕੱਠਾ ਕਰ ਲਓ, ਜਾ ਕੇ ਨਸ਼ਾ ਵੇਚ ਦਿਓ। ਕੀ ਕਰ ਲੈਣਗੇ? ਕਿਵੇਂ ਫੜ ਲੈਣਗੇ? ਨਾ ਪਰਚਾ ਹੋਣਾ ਨਾ ਕੁਛ, ਉਹਨਾਂ ਦਾ ਕਾਰੋਬਾਰ ਚੱਲੂਗਾ, ਉਹ ਪੈਸਾ ਕਮਾਉਣਗੇ, ਨਾਲੇ ਆਪ ਖਾਣਗੇ, ਨਾਲੇ ਕਿਸੇ ਹੋਰ ਦਾ ਘਰ ਬਰਬਾਦ ਕਰਨਗੇ। ਤਾਂ ਇਹ ਜਿਹੜਾ ਇਹਨਾਂ ਦੇ ਵੱਲੋਂ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਗਿਆ, ਇਸ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੇ ਅਜੇ ਦੇਖਣ ਵਾਲੀਆਂ। ਹਾਲਾਂਕਿ ਇਹਨਾਂ ਨੂੰ ਇਹਦੇ ਕੋਈ ਰੈਸੀਪ੍ਰੋਕਲਸ ਦਾ ਪਤਾ ਹੀ ਨਹੀਂ ਕੈਨੇਡਾ ਦੀ ਸਰਕਾਰ ਨੂੰ ਕਿ ਕੀ ਹੋਣ ਵਾਲੇ ਨੇ, ਇਹਦੇ ਸਰਕਮਸਟੈਂਸਿਸ ਕੀ ਹੋਣਗੇ, ਇਹਦੀ ਆਊਟਕਮ ਕੀ ਹੋਊਗੀ। ਇਹ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਸ਼ੁਰੂ ਕਰ ਦਿੱਤਾ ਕੱਲ, ਯਾਨੀ ਕਿ 1 ਫਰਵਰੀ ਤੋਂ ਇਹ ਸ਼ੁਰੂ ਹੋ ਜਾਣਾ ਹੈ। 1 ਫਰਵਰੀ ਤੋਂ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਔਰ 2026 ਤੱਕ ਚੱਲੂਗਾ। 3 ਸਾਲ ਵਾਸਤੇ ਪਾਇਲਟ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਪਰ ਇਹਨਾਂ 3 ਸਾਲਾਂ ਦੇ ਵਿੱਚ ਕੀ ਇੰਜਾਮ ਭੁਗਤਣੇ ਪੈ ਸਕਦੇ ਨੇ, ਇਹ ਵੱਡੀ ਗੱਲ ਹੈ। ਔਰ ਜਿਹੜੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਨੂੰ ਪੰਜਾਬ ਦੀ ਸਾਰੀ ਟੈਨਸ਼ਨ ਰਹਿੰਦੀ ਹੈ, ਪੰਜਾਬ ਦੇ ਵਿੱਚ ਜੇ ਕੋਈ ਪੱਤਾ ਵੀ ਹਿਲ ਜਾਂਦਾ ਹੈ, ਕੋਈ ਸਿਆਸੀ ਉਲਟਫੇਰ ਹੋ ਜਾਂਦਾ ਹੈ, ਕੋਈ ਫੇਰ ਬਦਲ ਹੋ ਜਾਂਦਾ ਹੈ, ਤੁਰੰਤ ਉਹਨਾਂ ਦੇ ਸਾਰਿਆਂ ਦੇ ਪੋਸਟਾਂ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਨੇ। ਪਰ ਕੈਨੇਡਾ ਦੇ ਵਿੱਚ ਜੋ ਹੋ ਰਿਹਾ ਉਸ ਦੇ ਉੱਤੇ ਕੀ ਇਸ ਦਾ ਵਿਰੋਧ ਕਰਨਗੇ? ਤੁਹਾਡੇ ਘਰਾਂ ਦੇ ਵਿੱਚ ਨਸ਼ਾ ਵੜਨਾ ਸ਼ੁਰੂ ਹੋ ਚੁੱਕਿਆ ਹੈ। ਆਉਣ ਵਾਲੀ ਪੀੜ੍ਹੀ ਤੁਹਾਡੀ ਕਿਹੋ ਜੀ ਹੋਊਗੀ ਉੱਥੇ, ਇਹ ਫਿਕਰ ਉੱਥੇ ਦੇ ਬੈਠੇ ਪੰਜਾਬੀਆਂ ਨੂੰ ਵੀ ਸਤਾਉਣੀ ਚਾਹੀਦੀ ਹੈ। ਅਮਿਤ, ਇਹ ਵਾਕਈ ਹੀ ਜਦੋਂ ਉੱਥੇ ਲੋਕਾਂ ਨਾਲ ਗੱਲਬਾਤ ਕਰਦੇ ਆ, ਇਹ ਸੱਚਾਈ ਹੈ ਕਿ ਉੱਥੇ ਦੀ ਪੀੜ੍ਹੀ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਆਪਣੇ ਜਿਹੜੇ ਉਹਨਾਂ ਦੇ ਆਪਦੇ ਮਾਪੇ ਨੇ ਉਹਨਾਂ ਤੋਂ ਵੱਖ ਹੋ ਚੁੱਕੀ ਹੈ ਕਿ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਔਰ ਖਾਸ ਤੌਰ ਦੇ ਉੱਤੇ ਕਿਉਂਕਿ ਬਾਹਰਲੇ ਮੁਲਕਾਂ ਦਾ ਸ਼ੌਂਕ ਤਾਂ ਸਾਨੂੰ ਸਾਰਿਆਂ ਨੂੰ ਹੁੰਦਾ ਹੈ, ਪਰ ਉੱਥੇ ਦੇ ਲਾਜ਼ ਵੀ ਜਿਹੜੇ ਨੇ ਉਹ ਫਿਰ ਬਾਹਰਲੇ ਮੁਲਕਾਂ ਵਰਗੇ ਹੀ ਹੁੰਦੇ ਨੇ। 18 ਸਾਲ ਤੋਂ ਉੱਪਰ ਮੁੰਡਾ ਹੋ ਗਿਆ, ਬੱਚਾ ਹੋ ਗਿਆ, ਕੁੜੀ ਹੋ ਗਈ, ਤੁਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ। 911 ਤੇ ਕਾਲ ਕਰ ਦੇਣੀ ਆ ਉਹਨੇ, ਤੁਹਾਡੇ ਉੱਤੇ ਸਿੱਧਾ ਕਾਰਵਾਈ ਹੋ ਜਾਣੀ ਹੈ। ਮੇਰੀ ਹਾਲ ਹੀ 'ਚ ਇੱਕ ਯਾਰ ਦੋਸਤ ਨਾਲ ਗੱਲ ਹੋ ਰਹੀ ਸੀਗੀ, ਉਹ ਉੱਥੇ ਕੰਮ ਕਰਦਾ ਹੈ, ਮਤਲਬ ਬਲਾਈਂਡਸ ਲਾਉਂਦਾ ਜਾ ਕੇ, ਜਿਹੜੀਆਂ ਆਪਣੀ ਖਿੜਕੀਆਂ ਦੇ ਉੱਤੇ ਬਲਾਈਂਡਸ ਲੱਗਦੀਆਂ ਨੇ। ਤਾਂ ਉਹ ਮੈਨੂੰ ਗੱਲ ਜਦੋਂ ਉਹਨੇ ਸੁਣਾਈ ਤਾਂ ਮੇਰੇ ਤਾਂ ਆਪ ਦੇ ਜਿਹੜੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਹਾਲ ਵੀ ਉੱਥੇ ਹੋ ਚੁੱਕਿਆ ਹੈ। ਕਹਿੰਦਾ ਪੰਜਾਬੀ ਦੇ ਘਰੇ ਮੈਂ ਗਿਆ ਕੰਮ ਕਰਨ ਵਾਸਤੇ, ਤਾਂ ਕਹਿੰਦਾ ਬੇਸਮੈਂਟ ਦੇ ਵਿੱਚ ਬਲਾਈਂਡ ਲਾਉਣੀ ਸੀਗੀ। ਤਾਂ ਕਹਿੰਦਾ ਜਦੋਂ ਬੇਸਮੈਂਟ ਦਾ ਮੈਂ ਜਾ ਕੇ ਦਰਵਾਜ਼ਾ ਖੜਖਟਾਇਆ, ਬੈਲ ਮਾਰੀ, ਤਾਂ ਕਹਿੰਦੇ ਅੰਦਰ ਇੱਕ ਮੁੰਡਾ ਸੀ, ਨਾਲ ਉਹਦੀ ਗਰਲਫ੍ਰੈਂਡ ਸੀਗੀ, ਮੈਰਿਡ ਨਹੀਂ ਸੀ ਬੇਸਿਕਲੀ ਉਹ, ਤੇ ਅੰਦਰ ਬੈਠੇ ਸੀਗੇ। ਤਾਂ ਉਹਨੇ ਮੈਨੂੰ ਪੁੱਛਿਆ ਕਿ ਕੀ ਕੰਮ ਹੈ? ਉਹ ਕਹਿੰਦਾ ਕਿ ਬਲਾਈਂਡ ਲਾਉਣ ਵਾਸਤੇ ਮੈਂ ਆਇਆ। ਉਹ ਕਹਿੰਦੇ ਕਿਸਨੇ ਭੇਜਿਆ? ਉਹ ਕਹਿੰਦੇ ਉੱਪਰ ਜਿਹੜੇ ਤੁਹਾਡੇ ਮਾਲਕ ਮਕਾਨ ਨੇ ਉਹਨਾਂ ਨੇ ਭੇਜਿਆ। ਉਹ ਮੁੰਡੇ ਨੇ ਫੋਨ ਕੱਢਿਆ ਤੇ ਆਪਣੇ ਪਿਓ ਨੂੰ ਗਾਲਾਂ ਕੱਢਣ ਲੱਗ ਗਿਆ ਕਿ ਇਹ ਬਲਾਈਂਡ ਵਾਲਾ ਕਿਵੇਂ ਭੇਜ ਦਿੱਤਾ। ਅੱਛਾ, ਹਾਂ। ਔਰ ਉਹ ਪਿਓ ਕੌਣ ਸੀ? ਉਹ ਉੱਪਰ ਜਿਹੜਾ ਮਾਲਕ ਮਕਾਨ ਸੀ। ਉਹ ਮੁੰਡਾ ਨੀਚੇ ਬੇਸਮੈਂਟ ਦੇ ਵਿੱਚ ਟੈਨੈਂਟ ਵਾਂਗੂ ਰਹਿ ਰਿਹਾ, ਬੇਸਮੈਂਟ ਦੇ ਉੱਤੇ ਕਿਰਾਏ ਦੇ ਉੱਤੇ ਰਹਿ ਰਿਹਾ। ਪਿਓ ਉੱਪਰ ਰਹਿੰਦਾ ਹੈ, ਬੱਚਾ ਨੀਚੇ ਬੇਸਮੈਂਟ ਦੇ ਵਿੱਚ ਰਹਿ ਰਿਹਾ। ਪਿਓ ਨੂੰ ਗਾਲਾਂ ਕੱਢ ਰਿਹਾ ਕਿ ਤੂੰ ਮੇਰੀ ਪਰਮਿਸ਼ਨ ਤੋਂ ਬਿਨਾ, ਮੇਰੇ ਤੋਂ ਅਪਾਇੰਟਮੈਂਟ ਲਿੱਤੇ ਬਿਨਾ ਇਹ ਬਲਾਈਂਡਸ ਲਾਉਣ ਵਾਲਾ ਕਿਵੇਂ ਭੇਜ ਦਿੱਤਾ। ਆਪਣੇ ਫਾਦਰ ਸਾਹਿਬ ਹੁੰਦੇ ਨੇ, ਪਹਿਲਾਂ ਕੰਨ ਤੇ ਛਿੱਤਰ ਮਾਰਨਾ ਸੀ, ਫਿਰ ਕਹਿਣਾ ਕੰਮ ਤਾਂ ਤੂੰ ਆਪ ਕੋਈ ਕਰਨਾ ਨਹੀਂ, ਮੈਨੂੰ ਆਪ ਨਹੀਂ ਕਰਨ ਦਿੰਦਾ। ਬਿਲਕੁਲ। ਅਜੇ ਵੀ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਆਪਣੀਆਂ ਜੋ ਕਦਰਾਂ ਕੀਮਤਾਂ ਨੇ, ਜੋ ਰਿਸ਼ਤੇ ਨੂੰ ਆਪਾਂ ਸਮਝਦੇ ਹਾਂ, ਉਹ ਅਜੇ ਵੀ ਬਰਕਰਾਰ ਹੈ। ਅੱਛਾ ਗਗਨ ਜੀ, ਮੇਰੇ ਦਿਮਾਗ ਦੇ ਵਿੱਚ ਆਇਆ ਹੁਣ, ਜਿਵੇਂ BC ਦੇ ਵਿੱਚ ਤਾਂ ਸਰਕਾਰ ਨੇ ਕਹਿਤਾ ਕਿ ਯਾਰ ਇੰਨੇ ਸਾਲ ਵਾਸਤੇ ਆਪਾਂ ਪਾਇਲਟ ਪ੍ਰੋਜੈਕਟ ਹੀ ਚਲਾਉਂਦੇ ਹੈਗੇ, ਵੇਖਦੇ ਆ ਬਾਅਦ ਚੋਂ ਇਹਦਾ ਕੀ ਨਤੀਜਾ ਨਿਕਲੂਗਾ। ਜੇ ਮੰਨ ਲਓ ਪੰਜਾਬ ਦੇ ਵਿੱਚ ਅਜਿਹਾ ਕੋਈ ਫੈਸਲਾ ਲੈ ਕੇ ਆਉਣਾ ਵੀ ਹੁੰਦਾ, ਵਿਰੋਧੀ ਪਾਰਟੀਆਂ ਨੇ ਤਾਂ ਸਰਕਾਰ ਦੀ ਜੜ੍ਹ ਪੱਟ ਦੇਣੀਆਂ ਸੀਗੀਆਂ। ਬਿਲਕੁਲ। ਉੱਥੇ ਵੀ ਕਹਿ ਦਿੱਤਾ ਗਿਆ, ਉੱਥੇ ਵੀ ਜੋ NDP ਹੈ ਉਹਨਾਂ ਦੇ ਵੱਲੋਂ, ਜਗਮੀਤ ਸਿੰਘ ਹੋਣੀ ਜਿਹੜੇ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਮਰਜੈਂਸੀ ਡਿਬੇਟ ਇੱਕ ਜਿਹੜੀ ਹੈ ਹੈਲਥ ਦੇ ਉੱਤੇ ਕਰਨੀ ਚਾਹੀਦੀ ਹੈ। ਹੈਲਥ ਤਾਂ ਵੈਸੇ ਵੀ ਕੈਨੇਡਾ ਦੇ ਵਿੱਚ ਬਹੁਤ ਮਾੜਾ ਹਾਲ ਹੈ। ਹੈਲਥ ਸਿਸਟਮ ਕੈਨੇਡਾ ਦਾ ਇੰਨਾ ਵਧੀਆ ਨਹੀਂ ਹੈ ਜਿੰਨਾ ਵਧੀਆ ਹੋਣਾ ਚਾਹੀਦਾ ਹੈ। ਲੋਕਾਂ ਨੇ ਜੇ ਟੈਸਟ ਕਰਾਉਣੇ ਹੋਣ, ਜੇ ਅਮਿਤ ਆਪਾਂ ਨੂੰ ਕੋਈ ਦਿੱਕਤ ਆ ਜੇ, ਆਪਾਂ ਦਾ ਫੋਨ ਮਾਰਦੇ ਘਰੇ, ਆਪਣੇ ਘਰੇ ਟੈਸਟ ਕਰਨ ਵਾਸਤੇ ਬੰਦਾ ਲੈਬ ਵਾਲੇ ਭੇਜ ਦਿੰਦੇ ਨੇ, ਹੋਮ ਕਲੈਕਸ਼ਨ ਸੈਂਟਰ ਜਿਹੜੇ ਨੇ ਉਹ ਭੇਜ ਦਿੰਦੇ ਨੇ। ਉੱਥੇ 5-5 6-6 ਮਹੀਨੇ ਉਡੀਕ ਕਰਨੀ ਪੈਂਦੀ ਹੈ, ਅੰਟਿਲ ਅਨਲੈਸ ਤੁਹਾਡੀ ਬਹੁਤ ਜ਼ਿਆਦਾ ਕੋਈ ਤਬੀਅਤ ਖਰਾਬ ਹੋ ਗਈ ਤਾਂ ਜਾ ਕੇ ਤੁਹਾਨੂੰ ਐਮਰਜੈਂਸੀ ਦੇ ਵਿੱਚ ਉੱਥੇ ਭੇਜਿਆ ਜਾਊਗਾ। ਅਦਰਵਾਈਜ਼ ਤੁਹਾਨੂੰ ਇੰਤਜ਼ਾਰ ਜੋ ਸਰਕਾਰੀ ਤੌਰ ਦੇ ਉੱਤੇ ਹੈਲਥ ਸਿਸਟਮ ਹੈ ਉਹਦੇ ਵਾਂਗੂ ਹੀ ਕਰਨਾ ਪੈਣਾ। ਵੈਸੇ ਉੱਥੇ ਪੈਰਾਸੀਟਾਮੋਲ ਵੀ ਉਂਝ ਗੋਲੀ ਨਹੀਂ ਦਿੰਦੇ ਜਿਹੜੀ ਆਪਣੇ ਘਰਾਂ 'ਚ ਆਮ ਹੁੰਦੀ ਆ, ਪਰ ਉਹਨਾਂ ਨੇ ਨਸ਼ੇ ਜਿਹੜੇ ਹੈਗੇ ਆ ਉਹ ਲੀਗਲ ਕਰਤੇ ਆ। ਬਿਲਕੁਲ। ਵੈਂਡਿੰਗ ਮਸ਼ੀਨਸ ਦੱਸਿਆ ਜਾ ਰਿਹਾ ਕਿ ਖੋਲੀਆਂ ਜਾ ਸਕਦੀਆਂ ਨੇ। ਹੁਣ ਵੈਂਡਿੰਗ ਮਸ਼ੀਨਸ ਕਿਵੇਂ ਕੰਮ ਕਰਨਗੇ? ਔਰ ਖਾਸ ਤੌਰ ਦੇ ਉੱਤੇ ਵੈਂਡਿੰਗ ਮਸ਼ੀਨ ਦੀ ਗੱਲ ਕਰੀਏ ਤਾਂ ਜਿਵੇਂ ਆਪਣੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇੱਥੇ ਆਪਾਂ ਗੋਲੀ ਦਿੰਦੇ ਆ ਕਿ ਤੁਸੀਂ ਆਹ ਗੋਲੀ ਲੈ ਲਓ ਤਾਂ ਤੁਸੀਂ ਨਸ਼ਾ ਨੂੰ ਥੋੜੀ ਨੱਥ ਪਾ ਲਓਗੇ, ਪਰ ਉਹ ਗੋਲੀਆਂ ਦੀ ਵੀ ਬਲੈਕ ਕਿਵੇਂ ਹੁੰਦੀ ਹੈ ਇੱਥੇ ਆਪਣੇ ਪੰਜਾਬ ਦੇ ਵਿੱਚ ਪਤਾ ਤੁਹਾਨੂੰ। ਉਹ ਗੋਲੀਆਂ ਦੇ ਨਾਲ ਹੀ ਨਸ਼ੇ ਲੋਕੀ ਕਰ ਦਿੰਦੇ ਨੇ। ਉੱਥੇ ਤਾਂ ਵੈਂਡਿੰਗ ਮਸ਼ੀਨ ਲੱਗੀਆਂ ਹੋਈਆਂ ਨੇ, ਤੁਸੀਂ 19 ਅਮਾਊਂਟ ਪਾਓ ਜਿੰਨੀ ਦੀ ਉਹ ਗੋਲੀ ਹੈਗੀ ਹੈ, ਉਹ ਤੁਹਾਨੂੰ ਪਤਾ ਮਿਲ ਜਾਊਗਾ। ਹੁਣ ਬੱਚੇ ਜੇ ਕਰਨਾ ਜਿੰਨੇ ਨਸ਼ਾ ਤਾਂ ਉਹ ਗੋਲੀਆਂ ਦੇ ਨਾਲ ਵੀ ਨਸ਼ਾ ਕਰ ਸਕਦਾ ਹੈ। ਤਾਂ ਇਹ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਚਿੰਤਾ ਦਾ ਵਿਸ਼ਾ ਹੈ ਅਮਿਤ। ਜਿਹੜੇ ਮਾਪੇ ਇਹ ਸੋਚਦੇ ਨੇ ਨਾ ਕਿ ਸਾਡਾ ਬੱਚਾ ਕੈਨੇਡਾ ਚਲਾ ਗਿਆ ਜੀ, ਹੁਣ ਤਾਂ ਲਾਈਫ ਸੈੱਟ ਹੋ ਗਈ। ਹੁਣ ਦੇਖ ਲਿਓ ਕਿਵੇਂ ਲਾਈਫ ਸੈੱਟ ਹੋਊਗੀ ਕਿ ਜੇ ਤੁਹਾਡਾ ਬੱਚਾ ਨਸ਼ੇ ਦੇ ਉੱਤੇ ਲੱਗ ਗਿਆ, ਉਸ ਨੂੰ ਦੇਖਣ ਵਾਲਾ ਕੌਣ ਹੋਊਗਾ, ਉਸ ਨੂੰ ਰੋਕਣ ਵਾਲਾ ਕੌਣ ਹੋਊਗਾ, ਉਹਨੂੰ ਸਮਝਾਉਣ ਵਾਲਾ ਕੌਣ ਹੋਊਗਾ। ਤਾਂ ਜਿਹੜੇ ਏਜੰਟ ਹੁਣ ਕਹਿੰਦੇ ਸੀਗੇ ਕਿ 7.5 ਬੈਂਡ ਲਿਆਓ, 6 ਬੈਂਡ ਲਿਆਓ, 5 ਬੈਂਡ ਲਿਆਓ ਤੇ ਕੈਨੇਡਾ ਭੇਜ ਦਾਂਗੇ, ਹੁਣ ਜਦੋਂ ਇਹ ਗੱਲ ਕਹਿਣਗੇ ਏਜੰਟ ਵੀ ਮਾਪਿਆਂ ਨੂੰ ਕਿ 5.5 ਬੈਂਡ ਲਿਆਓ, 6.5 ਬੈਂਡ ਲਿਆਓ, ਅਸੀਂ ਕੈਨੇਡਾ ਭੇਜ ਦਾਂਗੇ, ਕਿ ਨਾਲ ਇਹ ਵੀ ਦੱਸਣਗੇ ਕਿ ਉੱਥੇ ਚੱਟਾ, ਉੱਥੇ ਇਹ ਨਸ਼ਾ
ਲੀਗਲ ਹੋ ਚੁੱਕਿਆ ਹੈ। ਤੁਹਾਨੂੰ ਕੀ ਲੱਗਦਾ ਕਹਿਣਗੇ? ਮੈਂ ਉਹੀ ਤਾਂ ਕਹਿ ਰਿਹਾ ਨਾ ਕਿ ਇਹ ਕਹਿਣਗੇ ਹੁਣ, ਪਰ ਅਸੀਂ ਜ਼ਰੂਰ ਇਹ ਕੋਸ਼ਿਸ਼ ਇਹੀ ਰਹੂਗੀ ਕਿ ਜਿਹੜੇ ਮਾਪੇ ਇਸ ਵੇਲੇ ਸੋਚ ਵੀ ਰਹੇ ਨੇ ਕਿ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ। ਅਸੀਂ ਕਹਿੰਦੇ ਕਿ ਬਾਹਰ ਭੇਜਣਾ ਕੋਈ ਮਾੜੀ ਗੱਲ ਨਹੀਂ ਹੈਗੀ, ਭੇਜਿਆ ਜਾਵੇ, ਪਰ ਇਹ ਵੀ ਐਵੇਂ ਵੀ ਨਾ ਹੋਵੇ ਨਾ ਕਿ ਤੁਸੀਂ ਭੇਡ ਚਾਲੀ ਬਣਾ ਲਓ। ਘਰ ਦੇ ਵਿੱਚ ਘਰ ਦਾ ਗੁਜ਼ਾਰਾ ਕਰਨ ਦੇ ਲਈ ਪੈਸੇ ਨਹੀਂ ਹੈ, ਕਰਜ਼ਾ ਸਿਰ ਤੇ ਚੱਕ ਚੱਕ ਕੇ ਤੁਸੀਂ ਬੱਚੇ ਬਾਹਰ ਭੇਜ ਰਹੇ ਹੋ। ਉਹ ਦੇਖੋ ਤੁਸੀਂ ਕਿ ਜੇ ਇੱਥੇ ਰਹਿ ਕੇ ਜਾਂ ਉੱਥੇ ਕੀ ਤੁਹਾਡਾ ਬੱਚਾ ਸਹੀ ਰਹੂਗਾ। ਇਹ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਦੇਣ ਦੀ ਲੋੜ ਹੈਗੀ। ਔਰ ਵੱਡੀ ਗੱਲ ਇਹ ਉਰੇ ਵਾਲੇ ਪੰਜਾਬੀ ਦਾ ਫੇਰ ਇਹੀ ਸੋਚ ਕੇ ਉੱਥੇ ਚੰਗੇ ਭਵਿੱਖ ਲਈ ਭੇਜ ਰਹੇ ਨੇ ਕਿ ਬੱਚਾ ਸੁਧਰ ਜਾਊਗਾ, ਬੱਚਾ ਕਮਾਉਣ ਲੱਗ ਜਾਊਗਾ, ਕਿਉਂਕਿ ਘੱਟੋ ਘੱਟ ਉੱਥੇ ਪੈਸੇ ਦਾ ਕੰਮ ਕੀਤੇ ਦਾ ਜਿਹੜਾ ਮੁੱਲ ਤਾਂ ਪੈਂਦਾ ਨਾ, ਪੈਸਾ ਤਾਂ ਮਿਲਦਾ। ਪਰ ਜਿਹੜੇ ਉੱਥੇ ਪੰਜਾਬੀ ਬੈਠੇ ਨੇ ਕੀ ਉਹ ਇਸ ਦੇ ਉੱਤੇ ਕੋਈ ਸਵਾਲ ਖੜਾ ਕਰਨਗੇ? ਕੀ ਉਹ ਸਰਕਾਰਾਂ ਨੂੰ ਇਹ ਸਵਾਲ ਕਰਨਗੇ ਕਿ ਤੁਸੀਂ ਇਹ ਕਿਉਂ ਲੀਗਲਾਈਜ਼ ਕਰ ਰਹੇ ਹੋ? ਇਸ ਦੇ ਆਊਟਕਮ ਕਿੰਨਾ ਕੁ ਭਿਆਨਕ ਹੋ ਸਕਦਾ ਹੈ? ਇਹ ਵੱਡਾ ਸਵਾਲ ਖੜਾ ਹੁੰਦਾ ਉੱਥੇ ਬੈਠੇ ਪੰਜਾਬੀਆਂ ਦੇ ਉੱਤੇ। ਹਾਲਾਂਕਿ ਉੱਥੇ ਪੰਜਾਬੀ ਆਪਾਂ ਕਹਿ ਸਕਦੇ ਹਾਂ ਕਿ ਵੱਡੀਆਂ ਵੱਡੀਆਂ ਪੋਜੀਸ਼ਨਾਂ ਦੇ ਉੱਤੇ ਬੈਠੇ ਹੋਏ ਨੇ ਪੰਜਾਬੀਆਂ ਨੇ, ਹਰ ਥਾਂ ਦੇ ਉੱਤੇ ਵੱਡੀਆਂ ਮੱਲਾਂ ਮਾਰੀਆਂ ਨੇ। ਜੇ ਕੈਬਨਿਟ ਦੀ ਵੀ ਆਪਾਂ ਗੱਲ ਕਰ ਲਈਏ, ਜਸਟਿਨ ਟਰੂਡੋ ਦੀ ਕੈਬਨਿਟ ਦੀ, ਤਾਂ ਕੈਬਨਿਟ ਦੇ ਵਿੱਚ ਵੀ ਕਿੰਨੇ ਪੰਜਾਬੀ ਬੈਠੇ ਹੋਏ ਨੇ। ਕਿੰਗ ਮੇਕਰ ਵੀ ਆਪਣੇ ਜਗਮੀਤ ਸੋਢੀ ਨੇ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਫੈਕਟਰਸ ਉੱਥੇ ਦੀ ਗਵਰਨਮੈਂਟ ਦੇ ਵਿੱਚ ਪੰਜਾਬੀ ਵੱਡਾ ਰੋਲ ਅਦਾ ਕਰਦੇ ਨੇ। ਔਰ ਬਹੁਤ ਸਾਰੇ ਜੇ ਆਪਾਂ ਬਿਜ਼ਨੈਸਿਸ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਪੰਜਾਬੀ ਹੀ ਵੱਡਾ ਕੰਮ ਕਰ ਰਹੇ ਨੇ। ਤਾਂ ਕੀ ਪੰਜਾਬੀ ਭਾਈਚਾਰਾ ਉੱਥੇ ਇਕੱਠਾ ਹੋਊਗਾ? ਇਸ ਚੀਜ਼ ਨੂੰ ਉਹ ਕੋਸ਼ਿਸ਼ ਕਰੂਗਾ ਕਿ ਰੋਕਿਆ ਜਾਵੇ। ਇਸ ਦੇ ਰੋਕਣ ਦੇ ਕੀ ਨਤੀਜੇ ਹੋਰ ਕੀ ਹੋ ਸਕਦੇ ਨੇ, ਇਹਦੇ ਉੱਤੇ ਵੀ ਧਿਆਨ ਦੇਣ ਦੀ ਲੋੜ ਹੈ। ਔਰ ਆਪਣੀ ਪੀੜ੍ਹੀ ਨੂੰ ਅਮਿਤ ਜ਼ਰੂਰ ਇਸ ਦੇ ਵਿੱਚੋਂ ਬਚਾਉਣ ਦੀ ਲੋੜ ਤਾਂ ਹੈਗੀ ਹੈ ਜੀ। ਗਗਨ, ਅਖੀਰ ਤੇ ਮੈਂ ਇਹ ਵੀ ਪੁੱਛਣਾ ਚਾਹੂੰਗਾ ਕਿ ਖਬਰਾਂ ਵੀ ਆਉਂਦੀਆਂ ਨੇ ਕਿ ਹਾਰਟ ਅਟੈਕ ਨਾਲ ਮੌਤ ਹੋ ਗਈ ਜੀ ਅਚਾਨਕ। ਹਾਲੇ ਮੁੰਡਾ ਥੋੜੇ ਦਿਨ ਪਹਿਲਾਂ ਹੀ ਗਿਆ ਸੀ। ਉਹ ਕੀ ਇਹੀ ਕਾਰਨ ਹੈ, ਡਰੱਗ ਦਾ ਕਾਰਨ ਹੈ ਜਾਂ ਵੈਦਰ ਦਾ ਕਾਰਨ ਹੈ ਜਾਂ ਕੁਝ ਹੋਰ ਚੀਜ਼ ਹੈ ਜਿਹੜੀ ਉਹਨੂੰ ਜਾ ਕੇ ਉੱਥੇ ਭੌਂਦੀ ਨਹੀਂ ਜਾਂ ਨਸ਼ੇ ਦੇ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ? ਬਿਲਕੁਲ ਅਮਿਤ, ਜਿੰਨਾ ਕੁ ਅਸੀਂ ਵੀ ਉੱਥੇ ਦੇ ਮਾਹਿਰਾਂ ਦੇ ਨਾਲ ਜਾਂ ਪੰਜਾਬ ਦੇ ਵਿੱਚ ਜਿਹੜੇ ਹੈਲਥ ਦੇ ਉੱਤੇ ਡਿਸਕਸ਼ਨਸ ਕਰਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ, ਉਹ ਇੱਕ ਇਹੀ ਕਹਿੰਦੇ ਨੇ ਕਿ ਉੱਥੇ ਵੀ ਨਸ਼ੇ ਦਾ ਜਿਹੜਾ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਇਹ ਨੌਜਵਾਨ ਮੌਤਾਂ ਦਾ ਹੈ। ਹੁਣ ਕੋਈ ਬੱਚਾ ਜਾਂ ਕੋਈ ਵਿਅਕਤੀ ਉਰੇ ਨਸ਼ੇ ਦੇ ਉੱਤੇ ਜੇ ਲੱਗਿਆ ਹੋਏਗਾ, ਉਰੇ ਦੀ ਨਸ਼ੇ ਦੀ ਕੁਆਲਿਟੀ ਕਿਹੋ ਜਿਹੀ ਹੋਊਗੀ, ਉੱਥੇ ਦੀ ਕੁਆਲਿਟੀ ਕਿਹੋ ਜਿਹੀ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਔਰ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਲਾਈਮੇਟ ਤਾਂ ਇੱਕ ਵੱਡਾ ਰੋਲ ਅਦਾ ਕਰਦਾ ਹੀ ਕਰਦਾ ਹੈ। ਹੁਣ ਆਪਾਂ ਠੰਡ ਚੱਲ ਰਹੀ ਹੈ, ਹੁਣ ਆਪਾਂ ਨਾ ਕੀ ਕਹਿੰਦੇ ਦੇਖੋ ਨੀਚੇ ਇਨਰ ਪਾਇਆ ਹੋਇਆ, ਹਾਫ ਜੈਕਟ ਪਾਈ ਹੋਈ, ਤੁਸੀਂ ਵੀ ਹਾਫ ਜੈਕਟ ਪਾਈ ਹੋਈ ਹੈ, ਯਾਨੀ ਕਿ ਆਪਾਂ ਸਰਵਾਈਵ ਕਰ ਸਕਦੇ ਹਾਂ, ਬਾਹਰ ਵੀ ਚਲੇ ਜਾਈਏ, ਇੰਨਾ ਐਕਸਟ੍ਰੀਮ ਵੈਦਰ ਨਹੀਂ ਹੈ। ਵੱਧ ਤੋਂ ਵੱਧ ਆਪਾਂ ਇੱਕ ਉੱਪਰ ਜੈਕਟ ਪਾ ਲਾਂਗੇ ਜਾਂ ਕੋਈ ਸ਼ਾਲ ਸ਼ੁਲ ਭੇਟ ਲਾਂਗੇ, ਪਰ ਉੱਥੇ ਤਾਂ ਦੇਖੋ ਵੈਦਰ ਕਿੰਨਾ ਐਕਸਟ੍ਰੀਮ ਹੈ। ਔਰ ਕੀ ਆਪਣੇ ਬਹੁਤੇ ਪੰਜਾਬੀ ਬੱਚੇ ਵੀ ਕੀ ਕਰਦੇ ਨੇ ਕਿ ਪੈਸਾ ਬਚਾਉਣ ਦੇ ਲਈ, ਕਿਉਂਕਿ ਜਾਂਦੇ ਸਾਰ ਤਾਂ ਗੱਡੀਆਂ ਲਿੱਤੀਆਂ ਨਹੀਂ ਜਾਂਦੀਆਂ, ਜਾਂਦੇ ਸਾਰ ਤਾਂ ਬੱਸਾਂ ਟ੍ਰੇਨਾਂ ਦੇ ਮੈਟਰੋ ਦੇ ਕਿਰਾਏ ਦਿੱਤੇ ਨਹੀਂ ਜਾਂਦੇ ਨੇ, ਉਹ ਵਾਕ ਬਹੁਤ ਕਰਨੀ ਕਹਿੰਦੇ ਸ਼ੁਰੂ ਕਰ ਦਿੰਦੇ ਨੇ, ਪੈਦਲ ਬਹੁਤ ਤੁਰਨਾ ਸ਼ੁਰੂ ਕਰ ਦਿੰਦੇ ਨੇ। ਓਬਵੀਅਸ ਜੀ ਗੱਲ ਹੈ, ਹੁਣ ਉੱਥੇ ਦੇ ਕਲਾਈਮੇਟਿਕ ਐਕਸਟ੍ਰੀਮ ਵੈਦਰ ਦੇ ਵਿੱਚ ਜਦੋਂ ਵਾਕ ਜ਼ਿਆਦਾ ਕਰ ਰਹੇ ਹੋ, ਹਾਰਟ ਦੇ ਉੱਤੇ ਪ੍ਰੈਸ਼ਰ ਵੀ ਜ਼ਿਆਦਾ ਪੈ ਰਿਹਾ ਹੈ, ਤਾਂ ਉਹ ਸਿੱਧਾ ਅਸਰ ਤਾਂ ਪਾਉਂਦਾ ਹੀ ਪਾਉਂਦਾ ਹੈ। ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਨਾਲ ਦੇ ਜਿਹੜੇ ਯਾਰ ਦੋਸਤ ਨੇ, ਨਵਾਂ ਮੁੰਡਾ ਆਇਆ, ਓਬਵੀਅਸਲੀ ਘਰ ਤੋਂ ਜਦੋਂ ਦੂਰ ਆਏਗਾ ਬੱਚਾ, ਔਰ ਕਿੰਨੀ ਕੁ ਉਮਰ ਹੁੰਦੀ ਹੈ 12ਵੀਂ ਪਾਸ ਕਰਦਿਆਂ ਨੂੰ ਤਾਂ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਨੇ, ਨਾ ਉਹਨੂੰ ਕੁਝ ਸਮਝ ਜੇ ਆਉਂਦੀ ਹੈ, ਨਾ ਉਹਨੇ ਕਦੀ ਦੁਨੀਆਦਾਰੀ ਦੇਖੀ ਹੁੰਦੀ ਹੈ। ਜਿਹੜਾ ਕਦੀ ਰਿਹਾ ਹੀ ਸਿਰਫ ਪਿੰਡ ਦੇ ਵਿੱਚ ਹੁੰਦਾ ਹੈ, ਸ਼ਹਿਰ ਦੇ ਵਿੱਚ ਆਪਣੇ ਮਾਪਿਆਂ ਨਾਲ ਰਿਹਾ ਹੁੰਦਾ ਹੈ, ਮਾਪਿਆਂ ਨੇ ਪਹਿਲਾਂ ਕਦੀ ਉਹਨੂੰ ਐਕਸਪੋਜ਼ਰ ਦਿੱਤਾ ਨਹੀਂ ਹੁੰਦਾ, ਜਦੋਂ ਤਾਂ ਬਾਹਰ ਕਿੱਥੇ ਜਾਣ ਨੂੰ ਕਵੇ ਤਾਂ ਕਹਿੰਦੇ ਕਿ ਨਹੀਂ 7-8 ਵੱਜ ਗਏ ਨੇ, ਹੁਣ ਘਰ ਵਾਪਸ ਆ ਜਾ। ਉਹ ਦੂਜੇ ਪਾਸੇ ਸਿੱਧਾ ਤੁਸੀਂ ਉਹਨੂੰ ਬਾਹਰਲੇ ਮੁਲਕ ਕੈਨੇਡਾ ਭੇਜ ਦਿੰਦੇ ਹੋ, ਬਾਹਰ ਵਿਦੇਸ਼ਾਂ ਦੇ ਵਿੱਚ ਭੇਜ ਦਿੰਦੇ ਹੋ, ਔਰ ਉੱਥੇ ਜਾ ਕੇ ਜਦੋਂ ਉਸ ਦੇ ਉੱਤੇ ਪ੍ਰੈਸ਼ਰ ਉਹਨੂੰ ਲੱਗਦਾ ਹੈ ਕਿ ਹਾਂ ਯਾਰ ਇਹ ਤਾਂ ਜ਼ਿੰਦਗੀ ਬਹੁਤ ਔਖੀ ਹੈ, ਘਰੇ ਤਾਂ ਸਿੱਧਾ ਬੇਬੇ ਦੇ ਹੱਥ ਦੇ ਪਰੌਂਠੇ ਮਿਲਦੇ ਸੀਗੇ, ਰੋਟੀ ਬੈੱਡ ਦੇ ਉੱਤੇ ਆਉਂਦੀ ਸੀ, ਤੇ ਸਾਰਾ ਕੰਮ ਹੀ ਆਪ ਕਰਨਾ ਪੈਂਦਾ ਹੈ। ਸ਼ੁਰੂਆਤ ਦੇ ਵਿੱਚ ਤਾਂ ਕਿਸੇ ਵੀ ਆਪਾਂ ਨਵੀਂ ਥਾਂ ਦੇ ਉੱਤੇ ਜਾਈਏ ਅਮਿਤ, ਆਪਾਂ ਭਾਵੇਂ ਨੌਕਰੀ ਦੀ ਗੱਲ ਕਰ ਲਈਏ, ਨਵੀਂ ਥਾਂ ਦੇ ਉੱਤੇ ਨੌਕਰੀ ਕਰਨ ਚਲੀ ਜਾਈਏ, ਆਪਾਂ ਨੂੰ ਉੱਥੇ ਪ੍ਰੈਸ਼ਰ ਲੱਗਦਾ, ਆਪਾਂ ਦਾ ਦਿਲ ਨਹੀਂ ਲੱਗਦਾ ਉੱਥੇ ਨਵਾਂ 'ਚ। ਉਹ ਤਾਂ ਬੰਦਾ ਆਪਣਾ ਬੱਚਾ ਆਪਣਾ ਘਰ-ਬਾਰ ਛੱਡ ਕੇ ਮੁੰਡੇ ਕੁੜੀਆਂ ਬਾਹਰਲੇ ਮੁਲਕ ਦੇ ਵਿੱਚ ਜਾਂਦੇ ਪਏ ਨੇ, ਤਾਂ ਉੱਥੇ ਜਾ ਕੇ ਡਿਪਰੈਸ਼ਨ ਜ਼ਰੂਰ ਹੁੰਦਾ ਇਨੀਸ਼ੀਅਲੀ। ਤਾਂ ਜਿਹੜੇ ਤਾਂ ਚੰਗੇ ਉਹਦੇ ਕੋਈ ਸੱਜਣ ਮਿੱਤਰ ਹੋਣਗੇ, ਉਹ ਤਾਂ ਉਹਨੂੰ ਮੋਰਲੀ ਸਪੋਰਟ ਕਰਨਗੇ, ਕੋਈ ਗੱਲ ਨਹੀਂ ਕਿ ਤੂੰ ਸੁਧਰ ਜਾਏਗਾ, ਜਾਂ ਕਹਿ ਲਓ ਕਿ ਤੇਰਾ ਕੰਮ ਸੈੱਟ ਹੋ ਜਾਊਗਾ, ਲੋਟ ਆ ਜਾਊਗਾ, ਹੌਲੀ ਹੌਲੀ 1-2 ਦਿਨਾਂ ਦੀ ਗੱਲ ਹੈਗੀ ਹੈ, ਸਭ ਕੁਝ ਸਹੀ ਹੋਣ ਲੱਗ ਜਾਊਗਾ। ਪਰ ਜੇ ਕਹਿੰਦੇ ਨੇ ਕਿ ਸੰਗਤ ਹੀ ਮਾੜੀ ਹੋਵੇ ਤਾਂ ਫਿਰ ਸਾਰਾ ਕੰਮ ਖਰਾਬ ਹੋ ਜਾਂਦਾ। ਜੇ ਸੰਗਤ ਹੁਣ ਮਾੜੀ ਉੱਥੇ ਹੋਊਗੀ ਤਾਂ ਉਹਨੂੰ ਕਹਿਣਗੇ ਕੋਈ ਨਹੀਂ, ਆ ਚੱਕ ਇਹ ਨਸ਼ਾ ਟਰਾਈ ਮਾਰ, ਆ ਮਾੜੀ ਗੋਲੀ ਖਾ ਲੈ, ਕਹਿੰਦੇ ਕਾਟੋ ਫੁੱਲਾਂ ਦੇ ਉੱਤੇ ਰਹੂਗੀ। ਤਾਂ ਇਹੋ ਜਿਹੀਆਂ ਚੀਜ਼ਾਂ ਨਾਲ ਦੀ ਸੰਗਤ ਤੋਂ ਮਿਲ ਜਾਣਗੀਆਂ, ਤਾਂ ਫਿਰ ਬੱਚੇ ਦੇ ਉੱਤੇ ਇਫੈਕਟ ਸਿੱਧਾ ਹਾਰਟ ਦੇ ਉੱਤੇ ਵੀ ਹੁੰਦਾ ਹੈ, ਉਹਦੇ ਉੱਤੇ ਮੈਡੀਕਲੀ ਵੀ ਪ੍ਰੋਬਲਮ ਆਉਂਦੀਆਂ ਨੇ, ਕਿਉਂਕਿ ਓਵਰਡੋਜ਼ ਦਾ ਉੱਥੇ ਵੀ ਕੋਈ ਹਿਸਾਬ ਦਾ ਨਹੀਂ ਹੈ ਕਿ ਕਿਹੋ ਜਿਹਾ ਨਸ਼ਾ, ਕੀ ਕੁਆਲਿਟੀ ਹੈ, ਕੀ ਕੁਆਂਟੀਟੀ ਹੈ, ਤਾਂ ਉਸ ਦੇ ਕਰਕੇ ਵੀ ਮੌਤਾਂ ਬਹੁਤ ਜ਼ਿਆਦਾ ਉੱਥੇ ਇਸੇ ਕਰਕੇ ਹੋ ਰਹੀਆਂ ਨੇ। ਔਰ ਅਮਿਤ, ਇੱਕ ਚੀਜ਼ ਹੋਰ, ਜੇ ਆਪਾਂ ਓਵਰਆਲ ਜੇ ਇਸਨੂੰ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਨਸ਼ਾ ਇੰਨਾ ਜ਼ਿਆਦਾ ਹੋਇਆ ਪਿਆ ਸੀ, ਜਿਸ ਨੂੰ ਬਚਾਉਣ ਦੇ ਲਈ
ਮਾਪੇ ਬੱਚਿਆਂ ਨੂੰ ਬਾਹਰ ਭੇਜ ਰਹੇ ਸੀ, ਤਾਂ ਹੁਣ ਜਦੋਂ ਇਹ ਕੈਨੇਡਾ ਵਿੱਚ ਵੀ ਉੱਥੇ ਨਸ਼ਾ ਲੀਗਲਾਈਜ਼ ਕਰ ਦਿੱਤਾ ਗਿਆ ਹੈ, ਤਾਂ ਕਿਵੇਂ ਬਚਾਉਣਾ ਹੈ ਮਾਪਿਆਂ ਨੇ? ਇਹ ਜ਼ਰੂਰ ਮਾਪਿਆਂ ਨੂੰ ਸੋਚਣ ਵਾਲੀ ਗੱਲ ਹੈਗੀ ਹੈ ਕਿ ਅਸੀਂ ਬੱਚਿਆਂ ਨੂੰ ਆਪਣੇ ਬਾਹਰ ਭੇਜੀਏ ਜਾਂ ਨਾ ਭੇਜੀਏ। ਜੇ ਭੇਜਣਾ ਤਾਂ ਕਿਵੇਂ ਬੱਚੇ ਦੇ ਉੱਤੇ ਕੰਟਰੋਲ ਰੱਖਿਆ ਜਾਵੇ, ਇਹ ਖਾਸ ਤੌਰ ਦੇ ਉੱਤੇ ਚੀਜ਼ਾਂ ਦੇਖਣ ਵਾਲੀਆਂ ਗੱਲਾਂ। ਜੀ ਜੀ ਗਗਨ, ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਸਾਡੀ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਸੀ ਕਿ ਜਿਹੜੇ ਬੱਚੇ ਬਾਹਰ ਰਹਿੰਦੇ ਸਾਡਾ ਪ੍ਰੋਗਰਾਮ ਸੁਣ ਰਹੇ ਆ, ਤੇ ਜਿਹੜੇ ਮਾਪੇ ਜਿਨ੍ਹਾਂ ਦੇ ਬੱਚੇ ਬਾਹਰ ਨੇ ਉਹ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਆ, ਜ਼ਰੂਰ ਮਾਪੇ ਆਪਣੇ ਬੱਚਿਆਂ ਨੂੰ ਕਹਿਣ ਕਿ ਭਾਈ ਧਿਆਨ ਰੱਖਣਾ, ਪਿੱਛੇ ਅਸੀਂ ਬੈਠੇ ਆ, ਇੱਜ਼ਤਾਂ ਤੁਸੀਂ ਬਚਾਉਣੀਆਂ ਨੇ, ਵਾਪਸ ਤੁਸੀਂ ਆਉਣਾ ਹੈ ਤੇ ਬਾਅਦ ਚ ਤੁਹਾਡੇ ਵਿਆਹ ਵੀ ਕਰਨੇ ਨੇ, ਤੇ ਜਿਹੜੇ ਜਵਾਕ ਗਏ ਹੋਏ ਨੇ ਮਿਹਨਤਾਂ ਤੁਸੀਂ ਕਰਨੀਆਂ ਨੇ, ਤੇ ਘਰੇ ਪਿੱਛੇ ਉਹਨਾਂ ਦੀਆਂ ਜੂਨਾਂ ਵੀ ਸੁਧਾਰਨੀਆਂ ਨੇ, ਕਿਉਂਕਿ ਬੜੇ ਬੜੇ ਕਰਜ਼ੇ ਲੈ ਕੇ ਮਾਪਿਆਂ ਨੇ ਵੀ ਤੁਹਾਨੂੰ ਭੇਜਿਆ ਹੋਇਆ। ਤਾਂ ਇਸ ਵਿਸ਼ੇ ਤੇ ਚਰਚਾ ਕੀਤੀ ਸੀ ਜੋ ਕਿ ਲਾਜ਼ਮੀ ਵੀ ਬਣਦੀ ਸੀ, ਤੇ ਸਰਕਾਰ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਮੈਂਟਾਂ ਦੇ ਵਿੱਚ ਤੁਹਾਡਾ ਇੰਤਜ਼ਾਰ ਰਹੇਗਾ। ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ। ਫਿਰ ਮਿਲਾਂਗੇ, ਧੰਨਵਾਦ।